ज्ञान ध्यान किश कर्म न जाना, सार न जाना तेरी। सब ते वड्डा सतगुर नानक, जिन कल राखी मेरी। जिस मिलिया मन होए आनंद, सो सतगुर कहिया। मन की दुविधा बिनस जाए, हर परम पद लहिए। तेरे घर आनंद, वधाई दुध घर। मान महता तेज, अपना आप जर। हौ आया दूरों चल के, मैं तकी तो सरनाए जियो। मैं आशा रखी चित मह, मेरा सबो दुख गवाए जियो। सो कहो टल गुर सेविया, अहनिस सहज सुभाए। दर्शन परसै गुरु का, जन्म मरण दुख जाए। सतनाम श्री वाहिगुरु साहिब जी। सतनाम श्री वाहिगुरु साहिब जी। श्लोक आस प्यासी मैं फिरा, कब देखो गोपाल। है कोई साजन संत जन, नानक प्रभ मिलनहार। आस प्यासी मैं फिरा, कब देखो गोपाल। है कोई साजन संत जन, नानक प्रभ मिलनहार। बिन बिलबे साथ न उपजै, तिल पाल रहन न जाए। हर साध है शरणागति, नानक आस पुजाए। शंख रुत सरद अडंबरो, असु कतके हार प्यास जियो। खोजंती दर्शन फिरता, कब मिलिए गुणदास जियो। बिन कंत प्यारे नह सुख सारे, हार कंगण त्रिग मना। सुंदर सुजान चतर बेती, सास बेन जैसे
ਵੇਖਣਾ ਈਸ਼ ਉਤ ਰਹਿ ਦਿਸ ਅਲੋਕਨਾ ਮਨ ਮਿਲਨ ਕੀ ਪ੍ਰਭ ਪਿਆਸ ਜੀਓ ਬਿਨਵੰਤ ਨਾਨਕ ਧਾਰ ਕਿਰਪਾ ਮਿਲੋ ਪ੍ਰਭ ਗੁਣ ਤਾਸ ਜੀਓ ਈਦ ਉਤ ਰਹਿ ਦਿਸ ਅਲੋਕਨਾ ਮਨ ਮਿਲਨ ਕੀ ਪ੍ਰਭ ਪਿਆਸ ਜੀਓ ਬਿਨਵੰਤ ਨਾਨਕ ਧਾਰ ਕਿਰਪਾ ਮਿਲੋ ਪ੍ਰਭ ਗੁਣ ਤਾਸ ਜੀਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਗਤ ਪਾਵਨ ਭਗਤ ਵਸ਼ਲ ਕਰੁਣਾ ਨਿਧਾਨ ਅੰਤਰਜਾਮੀ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਅਪਰੰਪਾਰ ਕਿਰਪਾ ਰਹਿਮਤ ਦਾ ਸਦਕਾ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੁੰਦਰ ਦੀਵਾਨ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀਓ, ਸਤਿਗੁਰਾਂ ਨੇ ਕਿਰਪਾ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਆਪਣੇ ਪਵਿੱਤਰ ਦਰਸ਼ਨ ਬਖਸ਼ਿਸ਼ ਕੀਤੇ। ਪੰਜ ਬਾਣੀਆਂ ਦਾ ਨਿਤਨੇਮ, ਆਸਾ ਕੀ ਵਾਰ ਦਾ ਕੀਰਤਨ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਹੋਇਆ ਹੈ। ਗੁਰੂ ਦੀਆਂ ਸੰਗਤਾਂ ਨੇ ਸਤਿਗੁਰੂ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਔਰ ਹੋਲੇ ਮਹੱਲੇ ਦੇ ਮਹਾਨ ਪਵਿੱਤਰ ਦਿਹਾੜੇ ਤੇ ਹਾਜ਼ਰੀਆਂ ਭਰਨ ਵਾਸਤੇ ਲੱਖਾਂ ਦੀ ਗਿਣਤੀ ਦੇ ਵਿੱਚ ਗੁਰੂ ਦੀਆਂ ਸੰਗਤਾਂ ਜੋ ਹਰ ਸਾਲ ਸ੍ਰੀ ਅਨੰਦਪੁਰ ਸਾਹਿਬ ਪਹੁੰਚਦੀਆਂ ਹਨ, ਸਾਰੇ ਇਲਾਕਿਆਂ ਦੇ ਵਿੱਚੋਂ ਚੜ੍ਹਦੇ ਲਹਿੰਦੇ ਦੱਖਣੋਂ ਪਹਾੜੋਂ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਔਰ ਇਸ ਸਥਾਨ ਤੇ ਵੀ ਸੰਗਤਾਂ ਜੋ ਮਾਝੇ ਤੋਂ ਜਾਂ ਹੋਰ ਇਲਾਕਿਆਂ ਤੋਂ ਆ ਰਹੀਆਂ ਹਨ ਅਨੰਦਪੁਰ ਸਾਹਿਬ ਨੂੰ ਜਾਣ ਵਾਸਤੇ, ਤਾਂ ਇੱਥੇ ਸਤਿਗੁਰੂ ਜੀ ਦੇ ਪਾਵਨ ਸਥਾਨ ਤੇ ਨਮਸਕਾਰ ਕਰਕੇ ਫਿਰ ਅੱਗੇ ਅਨੰਦਪੁਰ ਸਾਹਿਬ ਨੂੰ ਜਾ ਰਹੀਆਂ ਹਨ। ਕਿਉਂਕਿ ਐਸਾ ਸਮਾਂ ਹੁੰਦਾ ਹੈ ਜਿਸ ਵੇਲੇ ਕੋਈ ਇਤਿਹਾਸਕ ਦਿਹਾੜਾ ਜਿਸ ਸਥਾਨ ਤੇ ਵੀ ਹੋਵੇ ਤੇ ਜਦੋਂ ਸੰਗਤ ਨਗਰਾਂ ਦੀ ਇਕੱਠੀ ਹੋ ਕੇ ਜਾਂਦੀ ਹੈ ਸੇਵਾ ਕਰਨ ਵਾਸਤੇ, ਦਰਸ਼ਨ ਯਾਤਰਾ ਕਰਨ ਵਾਸਤੇ, ਤੇ ਰਾਹ ਦੇ ਵਿੱਚ ਜਿੰਨੇ ਸਥਾਨ ਆਉਂਦੇ ਹਨ ਫਿਰ ਜਿੱਥੇ ਜਿੱਥੇ ਦਰਸ਼ਨ ਕੀਤੇ ਜਾਣ ਕਿ ਮਹਾਰਾਜ ਸਾਹਿਬ ਜੀ ਦੇ ਪਾਵਨ ਸਥਾਨਾਂ ਤੇ ਨਮਸਕਾਰ ਕੀਤੀ ਜਾਵੇ, ਉੱਥੋਂ ਦਾ ਇਤਿਹਾਸ ਪੜ੍ਹਿਆ ਸੁਣਿਆ ਜਾਵੇ, ਤਾਂ ਵੱਡਾ ਭਾਰੀ ਲਾਭ ਪ੍ਰਾਪਤ ਹੁੰਦਾ ਹੈ। ਕਿਉਂਕਿ ਜਿਸ ਸਥਾਨ ਤੇ ਅਸੀਂ ਜਾ ਕਰਕੇ ਨਮਸਕਾਰ ਕਰਦੇ ਹਾਂ, ਹਾਜ਼ਰੀ ਭਰਦੇ ਹਾਂ, ਤੇ ਉੱਥੋਂ ਦਾ ਇਤਿਹਾਸ ਪੜ੍ਹਨ ਦੇ ਨਾਲ ਹਿਰਦੇ ਅੰਦਰ ਹੋਰ ਸ਼ਰਧਾ, ਹੋਰ ਵਿਸ਼ਵਾਸ, ਹੋਰ ਗੁਰੂ ਸਾਹਿਬ ਜੀ ਦਾ ਪ੍ਰੇਮ ਪੈਦਾ ਹੁੰਦਾ ਹੈ। ਇਸ ਸਥਾਨ ਤੇ ਮਹਾਰਾਜ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ। ਜਿੱਥੇ ਸੰਗਤਾਂ ਵਿਸ਼ੇਸ਼ ਕਰਕੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚ ਰਹੀਆਂ ਹਨ, ਉੱਥੇ ਰਸਤੇ ਦੇ ਅਸਥਾਨਾਂ ਤੇ ਵੀ ਨਮਸਕਾਰਾਂ ਕਰ ਰਹੀਆਂ ਹਨ। ਔਰ ਇਹ ਜੋ ਪਾਵਨ ਪਵਿੱਤਰ ਨਗਰੀ ਹੈ ਸੁਲਤਾਨਪੁਰ ਲੋਧੀ ਦੀ ਧਰਤੀ, ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਇਸ ਧਰਤੀ ਨੂੰ ਆਪਣੇ ਚਰਨਾਂ ਦੀ ਸ਼ੋਭ ਬਖਸ਼ ਕਰਕੇ ਮਹਾਨ ਪਵਿੱਤਰ ਕੀਤਾ ਹੈ। ਸਾਹ ਧਰਤੀ ਭਾਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਸੇ ਜੰਤ ਭਏ ਹਰਿਆਵਲੇ ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ। ਸਾਧ ਸੰਗਤ ਜੀ,
ਇਸ ਨਗਰੀ ਦੇ ਵਿੱਚ ਜਗਤ ਗੁਰੂ ਜੀ ਦੇ ਭੈਣ ਜੀ ਬੇਬੇ ਨਾਨਕੀ ਜੀ ਉਹ ਭਾਈਆ ਜੈ ਰਾਮ ਜੀ ਦੇ ਨਾਲ ਵਿਆਹੇ ਹੋਏ ਸਨ ਤੇ ਸਤਿਗੁਰੂ ਜੀ ਦੇ ਸਤਿਕਾਰਯੋਗ ਭਾਈਆ ਜੈ ਰਾਮ ਜੀ ਜੋ ਸਤਿਕਾਰਯੋਗ ਬਾਬਾ ਪਰਮਾਨੰਦ ਜੀ ਦੇ ਸਪੁੱਤਰ ਸਨ। ਔਰ ਬੇਬੇ ਨਾਨਕੀ ਜੀ ਦੇ ਪਾਸ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਰਾਏ ਭੋਏ ਦੇ ਤਲਵੰਡੀ ਦੇ ਹਾਕਮ ਜੋ ਗੁਰੂ ਸਾਹਿਬ ਜੀ ਦੇ ਪਿਆਰੇ ਸ਼ਰਧਾਲੂ ਸਨ ਰਾਏ ਬੁਲਾਰ ਜੀ, ਉਹਨਾਂ ਦੇ ਬੇਨਤੀ ਕਰਨ ਤੋਂ ਬੇਬੇ ਨਾਨਕੀ ਜੀ ਦੇ ਬੇਨਤੀ ਕਰਨ ਤੋਂ ਭਾਈਆ ਜੈ ਰਾਮ ਜੀ ਦੇ ਬੇਨਤੀ ਕਰਨ ਤੋਂ ਮਹਾਰਾਜ ਸਾਹਿਬ ਜੀ ਇੱਥੇ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਆਪਣੇ ਭੈਣ ਜੀ ਦੇ ਪਾਸ ਪੱਕੇ ਤੌਰ ਤੇ ਆਏ। ਭਾਈ ਕਾਹਨ ਸਿੰਘ ਨਾਭਾ ਜੀ ਲਿਖਦੇ ਹਨ ਕਿ 15 ਸਾਲ ਦੀ ਸਰੀਰ ਕਾਰਬਲਾ ਦੇ ਵਿੱਚ 1541 ਬਿਕਰਮੀ ਸੰਮਤ ਨੂੰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਪੱਕੇ ਤੌਰ ਤੇ ਆਉਂਦੇ ਹਨ। 1542 ਬਿਕਰਮੀ ਸੰਮਤ ਨੂੰ ਮਹਾਰਾਜ ਸਾਹਿਬ ਜੀ ਮੋਦੀ ਖਾਨੇ ਦੀ ਨੌਕਰੀ ਆਰੰਭ ਕਰਦੇ ਹਨ ਔਰ ਗਰੀਬ ਨਵਾਜ ਸਤਿਗੁਰੂ ਜੀ 16 ਸਾਲ ਦੀ ਸਰੀਰ ਕਾਰਬਲਾ ਦੇ ਵਿੱਚ ਮੋਦੀ ਖਾਨੇ ਦੇ ਵਿੱਚ ਬੈਠੇ ਸਾਧ ਸੰਗਤ ਜੀ ਮਹਾਰਾਜ ਸਾਹਿਬ ਭਾਈ ਬਾਲਾ ਜੀ ਮਹਾਰਾਜ ਸਾਹਿਬ ਜੀ ਦੇ ਬਚਪਨ ਦੇ ਸਾਥੀ ਭਾਈ ਮਰਦਾਨਾ ਜੀ ਤੇ ਭਾਈ ਬਾਲਾ ਜੀ, ਤਿੰਨਾਂ ਦਾ ਜਨਮ ਨਗਰ ਵੀ ਰਾਏ ਭੋਏ ਦੀ ਤਲਵੰਡੀ ਹੈ ਔਰ ਮਹਾਰਾਜ ਸਾਹਿਬ ਜੀ ਦੇ ਬਚਪਨ ਦੇ ਸਾਥੀ ਹਨ। ਤੇ ਭਾਈ ਬਾਲਾ ਜੀ ਨੂੰ ਤੇ ਕਈ ਵਾਰੀ ਮਹਾਰਾਜ ਨੇ ਆਖਿਆ ਕਿ ਭਾਈ ਬਾਲਿਆ ਤੂੰ ਸਾਡਾ ਮਿੱਤਰ ਹੈ। ਮਹਾਰਾਜ ਦੇ ਨਾਲ ਮੋਦੀ ਖਾਨੇ ਵਿੱਚ ਬੈਠੇ ਸੰਸਾਰ ਦੇ ਜੀਵਾਂ ਦੀਆਂ ਝੋਲੀਆਂ ਭਰੀਆਂ ਤੇਰਾ 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 ਕਹਿ ਕਰਕੇ ਕਿ ਹੇ ਵਾਹਿਗੁਰੂ ਸਭ ਕੁਝ ਤੇਰਾ ਹੈ, ਸਭ ਕੁਝ ਆਪ ਜੀ ਦਾ। ਲੋਕਾਂ ਨੇ ਆਖਿਆ ਵੀ ਘਾਟਾ ਪੈ ਜਾਵੇਗਾ ਬੇਬੇ ਨਾਨਕੀ ਜੀ ਨੂੰ ਵੀ, ਭਾਈਆ ਜੈ ਰਾਮ ਜੀ ਨੂੰ ਵੀ, ਦੌਲਤ ਖਾਂ ਲੋਧੀ ਨੂੰ ਵੀ। ਕਈਆਂ ਨੇ ਤਾਂ ਮਹਾਰਾਜ ਨੂੰ ਹੀ ਆ ਕੇ ਕਹਿ ਦਿੱਤਾ ਵੀ ਇਹ ਸਾਰਿਆਂ ਨੂੰ ਹੀ ਦੇਈ ਜਾਂਦੇ ਹਨ, ਧੜੀਆਂ ਭਰ ਭਰ ਕੇ ਤੱਕੜੀ ਤੋਲ ਤੋਲ ਕੇ ਝੋਲੀਆਂ ਭਰੀ ਜਾਂਦੇ, ਘਾਟਾ ਪੈ ਜਾਣਾ। ਤੇਰਾ ਤੇਰਾ ਕਹਿ ਕਰਕੇ ਵੰਡੀ ਜਾ ਰਹੇ ਹਨ। ਮਹਾਰਾਜ ਸਾਹਿਬ ਨੇ ਆਖਿਆ ਇਸ ਤਰ੍ਹਾਂ ਘਾਟਾ ਨਹੀਂ ਪੈਂਦਾ, ਘਾਟਾ ਉਦੋਂ ਪੈਂਦਾ ਜਦੋਂ ਬੰਦਾ ਮੇਰਾ ਮੇਰਾ ਕਰਦਾ। ਜਦੋਂ ਮੇਰੀ ਮੇਰੀ ਕਰਦਾ ਹੈ, ਮੈਂ ਕਰਦਾ, ਉਦੋਂ ਘਾਟੇ 'ਚ ਜਾਂਦਾ ਹੈ। ਜਦੋਂ ਤੇਰਾ ਤੇਰਾ ਕਹਿੰਦਾ ਹੈ ਫਿਰ ਤਾਂ ਘਾਟੇ ਪੂਰੇ ਹੋ ਜਾਂਦੇ ਹਨ। ਇਸੇ ਸੁਲਤਾਨਪੁਰ ਸਾਹਿਬ ਦੀ ਧਰਤੀ ਤੋਂ ਗਰੀਬ ਨਵਾਜ ਨੇ ਆਖਿਆ ਕਿ ਹੇ ਇਨਸਾਨ ਮੈਂ ਕਰਨੀ ਛੱਡ, ਮੇਰੀ ਮੇਰੀ ਕਰਨੀ ਛੱਡ ਤੇ ਤੇਰਾ ਤੇਰਾ ਆਖਿਆ ਕਰ, ਭਾਵ ਹੰਕਾਰ ਦਾ ਤਿਆਗ ਕਰ। ਕਬੀਰ ਮੇਰਾ ਮੁਝ ਮਹਿ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕਾ ਸੌਂਪ ਤੇ ਕਿਆ ਲਾਗੈ ਮੇਰਾ। ਕਬੀਰ ਤੂੰ ਕਰਦਾ ਤੂੰ ਹੁਆ, ਮੁਝ ਮਹਿ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਗਰੀਬ ਨਵਾਜ ਸਾਹਿਬ ਜੀ ਨੂੰ 1 ਸਾਲ ਹੋਇਆ ਸੀ ਮੋਦੀ ਖਾਨਾ ਕਰਦਿਆਂ, ਸਭ ਜੀਵਾਂ ਦੀਆਂ ਝੋਲੀਆਂ ਭਰਦਿਆਂ। 17 ਸਾਲ ਦੀ ਸਰੀਰ ਕਾਰਬਲਾ ਹੋਈ ਸੀ ਜਿਸ ਵੇਲੇ ਮਹਾਰਾਜ ਸਾਹਿਬ ਜੀ ਦਾ ਮੰਗਣਾ ਹੋਇਆ। ਬਾਬਾ ਮੂਲ ਚੰਦ ਜੀ ਪੱਖੋਂ ਕੀ ਰੰਧਾਵਿਆਂ ਦੇ ਪਟਵਾਰੀ, ਉਹਨਾਂ ਦੇ ਧਰਮ ਪਤਨੀ ਮਾਤਾ ਚੰਦੋ ਰਾਣੀ ਜੀ, ਤਿੰਨਾਂ ਦੇ ਸੁਪੁੱਤਰੀ ਮਾਤਾ ਸੁਲੱਖਣੀ ਜੀ। ਮਾਤਾ ਸੁਲੱਖਣੀ ਜੀ ਦੇ ਨਾਲ ਜਗਤ ਗੁਰੂ ਜੀ ਦਾ ਮੰਗਣਾ ਹੁੰਦਾ ਹੈ 17 ਸਾਲ ਦੀ ਸਰੀਰ ਕਾਰਬਲਾ ਦੇ ਵਿੱਚ 1543 ਬਿਕਰਮੀ ਸੰਮਤ ਨੂੰ। 1 ਸਾਲ ਬਾਅਦ ਫਿਰ ਮਹਾਰਾਜ ਦਾ ਵਿਆਹ ਹੁੰਦਾ ਹੈ, ਆਨੰਦ ਕਾਰਜ। ਇੱਥੋਂ ਹੀ ਸੁਲਤਾਨਪੁਰ ਸਾਹਿਬ ਦੀ ਧਰਤੀ ਤੋਂ ਮਹਾਰਾਜ ਦੀ ਬਰਾਤ ਚੜ੍ਹਦੀ ਹੈ ਤੇ 1544 ਬਿਕਰਮੀ ਸੰਮਤ ਨੂੰ ਬਟਾਲੇ ਨਗਰ ਵਿੱਚ ਗੁਰੂ ਸਾਹਿਬ ਜੀ ਦਾ ਆਨੰਦ ਕਾਰਜ ਹੁੰਦਾ ਹੈ। 18 ਸਾਲ ਦੀ ਸਰੀਰ ਕਾਰਬਲਾ ਵਿੱਚ ਵਾਪਸ ਫੇਰ ਬਰਾਤ ਇੱਥੇ ਆਉਂਦੀ ਹੈ। ਇੱਥੋਂ ਫਿਰ ਮਾਤਾ ਪਿਤਾ ਦੇ ਕਹਿਣ ਕਰਕੇ ਮਹਾਰਾਜ ਸਾਹਿਬ ਜੀ ਸ੍ਰੀ ਨਨਕਾਣਾ ਸਾਹਿਬ ਦੀ ਧਰਤੀ ਤੇ ਰਾਏ ਭੋਏ ਦੀ ਤਲਵੰਡੀ ਨੂੰ ਜਾ ਭਾਗ ਲਾਉਂਦੇ ਹਨ। ਮਹੀਨਾ ਕੁ ਉੱਥੇ ਰਹਿ ਕਰਕੇ ਫੇਰ ਵਾਪਸ ਸਤਿਗੁਰੂ ਜੀ ਇੱਥੇ ਆਉਂਦੇ। ਗੁਰੂ ਕਾ ਬਾਗ ਉਹ ਪਵਿੱਤਰ ਸਥਾਨ ਸੁਲਤਾਨਪੁਰ ਸਾਹਿਬ ਦੇ ਵਿੱਚ ਹੀ ਗੁਰੂ ਦੀਆਂ ਸੰਗਤਾਂ ਦਰਸ਼ਨ ਕਰਦੀਆਂ ਹਨ।
ਜਿੱਥੇ ਫਿਰ ਮਹਾਰਾਜ ਸਾਹਿਬ ਜੀ ਦੀ ਰਹਿائش ਹੈ, ਘਰ ਹੈ। ਗੁਰੂ ਸਾਹਿਬ ਜੀ ਦੇ ਵਿਆਹ ਤੋਂ 7 ਸਾਲ ਬਾਅਦ 1551 ਬਿਕਰਮੀ ਸੰਮਤ ਨੂੰ ਵੱਡਾ ਸਾਹਿਬਜ਼ਾਦਾ ਬਾਬਾ ਸ਼੍ਰੀ ਚੰਦ ਸਾਹਿਬ ਜੀ ਪ੍ਰਗਟ ਹੁੰਦੇ ਹਨ। ਉਹਨਾਂ ਤੋਂ 2 ਸਾਲ ਬਾਅਦ 1553 ਬਿਕਰਮੀ ਸੰਮਤ ਨੂੰ ਛੋਟੇ ਸਾਹਿਬਜ਼ਾਦੇ ਬਾਬਾ ਲਖਮੀ ਦਾਸ ਸਾਹਿਬ ਜੀ ਪ੍ਰਗਟ ਹੁੰਦੇ ਹਨ। ਔਰ ਉਹਨਾਂ ਤੋਂ 1 ਸਾਲ ਬਾਅਦ, ਜਾਂ ਇਸ ਤਰ੍ਹਾਂ ਕਹਿ ਲਈਏ ਕਿ ਬਿਕਰਮੀ ਸੰਮਤ 1554 ਨੂੰ ਮਹਾਰਾਜ ਸਾਹਿਬ ਜੀ ਨੇ 28 ਸਾਲ ਦੀ ਸਰੀਰ ਕਾਰਗਲਾ ਦੇ ਵਿੱਚ ਫਿਰ ਮੋਦੀਖਾਨਾ ਤਿਆਗਿਆ ਤੇ ਇਸ ਨਗਰੀ ਤੋਂ, ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਫਿਰ 4 ਚੱਕਾਂ ਨੂੰ ਤਾਰਨ ਵਾਸਤੇ ਉਦਾਸੀ ਆਰੰਭ ਕੀਤੀ ਹੈ। 28 ਸਾਲ ਦੀ ਸਰੀਰ ਕਾਰਗਲਾ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਪਹਿਲੀ ਉਦਾਸੀ ਇੱਥੇ ਹੀ ਗਰੀਬ ਨਵਾਜ ਵੇਈ ਨਦੀ ਵਿੱਚ ਰੋਜ਼ ਇਸ਼ਨਾਨ ਕਰਕੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਾਲੇ ਅਸਥਾਨ ਤੇ ਮਹਾਰਾਜ ਚੌਂਕੜਾ ਲਾਇਆ ਕਰਦੇ। ਇੱਥੋਂ ਹੀ ਧਿਆਨ ਧਰ ਕੇ ਸਾਰੇ ਸੰਸਾਰ ਨੂੰ ਸੜਦਾ ਬਲਦਾ ਤੱਕਿਆ ਮਹਾਰਾਜ ਨੇ। ਬਾਬਾ ਦੇਖੈ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸ ਆਈ, ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ, ਚੜਿਆ ਸੋਧਣ ਧਰਤ ਲੁਕਾਈ। ਮਹਾਰਾਜ ਸਾਹਿਬ ਜੀ ਨੇ ਇੱਥੋਂ ਸਾਧ ਸੰਗਤ ਜੀ ਭਾਈ ਮਰਦਾਨਾ ਜੀ ਨੂੰ ਰਬਾਬ ਬਖਸ਼ ਕਰਕੇ, ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਨੂੰ ਨਾਲ ਲੈ ਕਰਕੇ 4 ਚੱਕਾਂ ਦੇ ਵਿੱਚ ਗਰੀਬ ਨਵਾਜ ਨੇ ਉਪਦੇਸ਼ ਬਖਸ਼ਿਆ। ਤੋ ਸਤਿਗੁਰੂ ਸਾਹਿਬ ਜੀ ਨੇ ਇਹ ਆਰੰਭਤਾ ਰਬਾਬ ਤੋਂ ਕੀਤੀ। ਫਿਰ ਕਲਗੀਧਰ ਪਾਤਸ਼ਾਹ ਜੀ ਨੇ ਰਣਜੀਤ ਨਗਾਰਾ ਵੀ ਮੜਿਆ। ਤੋ ਮਹਾਰਾਜ ਸਾਹਿਬ ਜੀ ਨੇ ਇੱਥੋਂ ਉਦਾਸੀ ਆਰੰਭ ਕੀਤੀ ਤੇ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ, ਜਾਂ ਇਸ ਤਰ੍ਹਾਂ ਕਹਿ ਲਈਏ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ 10ਵੇਂ ਜਾਮੇ ਵਿੱਚ ਫਿਰ ਆਨੰਦਪੁਰ ਸਾਹਿਬ ਵਸਾ ਕਰਕੇ ਤੇ ਖਾਲਸੇ ਦੀ ਸਿਰਜਣਾ ਕਰਕੇ ਤੇ ਮਹਾਰਾਜ ਸਾਹਿਬ ਜੀ ਨੇ ਆਨੰਦ ਦੀ ਦਾਤ ਬਖਸ਼ਿਸ਼ ਕੀਤੀ। ਤਾਂ ਗੁਰੂ ਦੀਆਂ ਸੰਗਤਾਂ ਹੋਲੇ ਮਹੱਲੇ ਤੇ ਹਾਜ਼ਰੀ ਭਰਨ ਵਾਸਤੇ ਜਾਂਦਿਆਂ ਹੋਇਆਂ ਜਗਤ ਗੁਰੂ ਜੀ ਦੇ ਪਵਿੱਤਰ ਸਥਾਨਾਂ ਦੇ ਵੀ ਦਰਸ਼ਨ ਕਰਕੇ ਇੱਥੇ ਨਮਸਕਾਰਾਂ ਕਰਕੇ ਜਾ ਰਹੀਆਂ ਹਨ। ਤਾਂ ਮਹਾਰਾਜ ਸਾਹਿਬ ਜੀ ਲੜੀਵਾਰ ਰੂਪ ਦੇ ਵਿੱਚ ਜੋ ਅੱਜ ਦਾ ਪਾਵਨ ਉਪਦੇਸ਼ ਸਾਧ ਸੰਗਤ ਜੀ ਸਾਨੂੰ ਬਖਸ਼ਿਸ਼ ਕਰ ਰਹੇ ਹਨ, 928 ਅੰਗ ਤੇ ਅੱਜ ਦਾ ਪਾਵਨ ਮਹਾਰਾਜ ਸਾਹਿਬ ਜੀ ਉਪਦੇਸ਼ ਗਰੀਬ ਨਵਾਜ ਸਾਹਿਬ ਜੀ ਇਹ ਸਰਦ ਰੁੱਤ ਦਾ ਬਖਸ਼ਿਸ਼ ਕਰ ਰਹੇ ਹਨ। 6 ਰੁੱਤਾਂ ਹਨ। ਇਹ ਰੁੱਤੀ ਬਾਣੀ ਸਾਧ ਸੰਗਤ ਜੀ ਮਹਾਰਾਜ ਸਾਹਿਬ ਜੀ ਦੀ ਜੋ 5ਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਹੈ, ਔਰ ਗਰੀਬ ਨਵਾਜ ਸਾਹਿਬ ਜੀ ਨੇ 927 ਅੰਗ ਤੋਂ ਇਹਦੀ ਆਰੰਭਤਾ ਕੀਤੀ ਹੈ। 929 ਅੰਗ ਤੇ ਇਹ ਬਾਣੀ ਸੰਪੂਰਨ ਹੁੰਦੀ ਹੈ। ਇਹਦਾ ਸਿਰਲੇਖ ਹੈ ਰੁੱਤੀ। ਰਾਮਕਲੀ ਮਹੱਲਾ 5ਵਾਂ 5ਵੇਂ ਪਾਤਸ਼ਾਹੀ ਦੀ ਉਚਾਰਨ ਕੀਤੀ ਹੋਈ ਹੈ। ਰਾਮਕਲੀ ਰਾਗ ਦੇ ਅੰਦਰ ਹੈ। ਰੁੱਤੀ ਇਸ ਬਾਣੀ ਦਾ ਸਿਰਲੇਖ ਹੈ। ਭਾਵ ਇਹਦੇ ਵਿੱਚ 6 ਰੁੱਤਾਂ ਦੁਆਰਾ ਉਪਦੇਸ਼ ਮਹਾਰਾਜ ਨੇ ਬਖਸ਼ਿਆ। ਇਸ ਬਾਣੀ ਦੇ 16 ਸ਼ਲੋਕ ਹਨ ਤੇ 8 ਸ਼ੰਤ ਹਨ। ਪਹਿਲਾ ਸ਼ੰਤ ਤੇ ਪਹਿਲੇ 2 ਸ਼ਲੋਕ ਮੰਗਲਾਚਾਰ ਰੂਪ ਦੇ ਵਿੱਚ ਹਨ। ਫਿਰ ਅੱਗੇ ਮਹਾਰਾਜ ਸਾਹਿਬ ਜੀ ਨੇ ਇੱਕ ਸ਼ੰਤ ਦੇ ਨਾਲ, ਹਰੇਕ ਸ਼ੰਤ ਦੇ ਨਾਲ ਪਹਿਲਾਂ 2 ਸ਼ਲੋਕ ਉਚਾਰਨ ਕੀਤੇ ਹਨ। 6 ਸ਼ੰਤਾਂ ਦੇ ਵਿੱਚ 6 ਰੁੱਤਾਂ ਦਾ ਮਹਾਰਾਜ ਸਾਹਿਬ ਜੀ ਨੇ ਕਥਨ ਕੀਤਾ ਹੈ। ਤਾਂ ਪਹਿਲੀ ਜਿਹੜੀ ਰੁੱਤ ਹੈ ਉਹ ਬਸੰਤ ਦੀ ਰੁੱਤ ਹੈ। 2 ਮਹੀਨਿਆਂ ਦੀ ਇੱਕ ਰੁੱਤ ਹੈ ਸਾਧ ਸੰਗਤ ਜੀ। ਤੇ ਬਸੰਤ ਦੀ ਰੁੱਤ ਜਿਹੜੀ ਉਹ ਚੇਤ ਤੇ ਵੈਸਾਖ, ਹੁਣ ਜੋ ਰੁੱਤ ਚੱਲ ਰਹੀ ਹੈ ਇਹ ਚੇਤ ਦਾ ਮਹੀਨਾ, ਅੱਜ 3 ਚੇਤ ਹੋ ਗਿਆ ਹੈ। ਇਹ ਬਸੰਤ ਰੁੱਤ ਚੱਲ ਰਹੀ ਹੈ। ਤਾਂ ਦੂਸਰੀ ਰੁੱਤ ਜਿਹੜੀ ਹੈ ਉਹ ਗਰੀਖਮ ਰੁੱਤ ਹੈ, ਜੇਠ ਤੇ ਹਾੜ ਮਹੀਨੇ ਦੀ ਅੱਤ ਦੀ ਗਰਮੀ ਦੀ ਰੁੱਤ, ਜਿਹਨੂੰ ਮਹਾਰਾਜ ਨੇ ਗਰੀਖਮ ਰੁੱਤ ਆਖਿਆ। ਤਾਂ ਤੀਸਰੀ ਰੁੱਤ ਹੈ ਸਾਧ ਸੰਗਤ ਜੀ ਸਾਲ ਦੀ ਬਰਸਾਤ ਦੀ ਰੁੱਤ। ਰੁੱਤ ਬਰਸ ਸੁਹੇਲੀਆ ਸਾਵਣ ਭਾਦਵੇ ਆਨੰਦ ਜੀਓ। ਸਾਵਣ ਤੇ ਭਾਦਰੋਂ ਦਾ ਮਹੀਨਾ ਇਹ ਤੀਜੀ ਰੁੱਤ ਹੈ। ਤੇ ਅੱਗੇ ਚੌਥੀ ਰੁੱਤ ਹੈ ਸਰਦ ਰੁੱਤ, ਅੱਸੂ ਤੇ ਕੱਤਕ ਦਾ ਮਹੀਨਾ। ਤੇ 5ਵੀਂ ਰੁੱਤ ਆਮ ਸੰਸਾਰ ਦੇ ਲੋਕ ਤਾਂ ਹਿਮਕਰ ਕਹਿੰਦੇ ਹਨ, ਪਰ 5ਵੇਂ ਪਾਤਸ਼ਾਹ ਜੀ ਨੇ 5ਵੀਂ ਰੁੱਤ ਇੱਥੇ ਸਿਸੀਅਰ ਮਹਾਰਾਜ ਸਾਹਿਬ ਜੀ ਨੇ ਆਖੀ।
ਮੱਘਰ ਤੇ ਪੋਹ ਦਾ ਮਹੀਨਾ, 2 ਮਹੀਨਿਆਂ ਦੀ ਰੁੱਤ ਜਿਹੜੀ ਉਹ ਸਿਸੀਰ ਰੁੱਤ, ਤੇ 6ਵੀਂ ਰੁੱਤ ਜਿਹੜੀ ਉਹ ਹਿਮਕਰ ਰੁੱਤ ਹੈ, ਮਾਘ ਤੇ ਫੱਗਣ ਮਹੀਨੇ ਦੀ ਰੁੱਤ। ਇਸ ਤਰ੍ਹਾਂ ਇੱਕ ਸਾਲ ਦੇ ਵਿੱਚ 6 ਰੁੱਤਾਂ ਹਨ, ਇੱਕ ਸਾਲ ਦੇ ਵਿੱਚ 12 ਮਹੀਨੇ ਆ। ਤਾਂ ਮਹਾਰਾਜ ਸਾਹਿਬ ਜੀ ਨੇ ਇਹ ਰੁੱਤੀ ਬਾਣੀ ਦੇ ਅੰਦਰ 6 ਰੁੱਤਾਂ ਦਾ ਵਰਣਨ ਕਰਦੇ ਹੋਏ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ। ਤਾਂ ਅੱਜ ਦੇ ਪਵਿੱਤਰ ਉਪਦੇਸ਼ ਦੁਆਰਾ ਸਰਦੀ ਦੀ ਰੁੱਤ ਦੁਆਰਾ ਮਹਾਰਾਜ ਸਾਹਿਬ ਜੀ ਉਪਦੇਸ਼ ਬਖਸ਼ਿਸ਼ ਕਰਨਗੇ। ਇਹ ਸਾਲ ਦੀ ਚੌਥੀ ਰੁੱਤ ਹੈ, ਜਿਵੇਂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਦੇ ਹਨ। ਸ਼ਰਧਾ ਭਾਵਨਾ ਸਹਿਤ ਸਰਵਣ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਆਸ ਪਿਆਸੀ ਮੈਂ ਫਿਰਾਂ। ਪਤੀ ਤੇ ਪਤਨੀ ਦੇ ਅਲੰਕਾਰ ਦੁਆਰਾ ਸਤਿਗੁਰੂ ਜੀ ਨੇ ਇਸ ਰੁੱਤੀ ਬਾਣੀ ਦੇ ਅੰਦਰ ਉਪਦੇਸ਼ ਬਖਸ਼ਿਸ਼ ਕੀਤਾ। 12 ਮਾਹ ਦੀ ਬਾਣੀ ਅੰਦਰ ਵੀ ਸਤਿਗੁਰੂ ਜੀ ਨੇ ਐਸਾ ਹੀ ਅਲੰਕਾਰ ਰੱਖਿਆ। ਇਹ ਜੀਵ, ਜਿੰਨੇ ਵੀ ਜੀਵ ਹਨ, ਇਹ ਇਸਤਰੀ ਰੂਪ ਦੇ ਵਿੱਚ ਕਥਨ ਕਰਕੇ ਤੇ ਪ੍ਰਮਾਤਮਾ ਪਤੀ ਹੈ ਸਾਰਿਆਂ ਦਾ, ਠਾਕੁਰ ਹੈ, ਮਾਲਕ ਸੁਆਮੀ ਹੈ, ਖਸਮ ਹੈ, ਠਾਕੁਰ ਏਕ ਸਬਾਈ ਨਾਰ, ਐਸੇ ਅਲੰਕਾਰ ਦੁਆਰਾ ਸਤਿਗੁਰੂ ਜੀ ਉਪਦੇਸ਼ ਬਖਸ਼ਿਸ਼ ਕਰਦੇ ਹਨ। ਜਿਵੇਂ ਇੱਕ ਪਤਨੀ, ਉਸ ਦਾ ਪਤੀ ਪਰਦੇਸ਼ ਹੈ ਤੇ ਉਹ ਆਪਣੇ ਪਤੀ ਦੇ ਦਰਸ਼ਨ ਵਾਸਤੇ, ਆਪਣੇ ਪਤੀ ਦੇ ਮਿਲਾਪ ਵਾਸਤੇ ਉਹਦੇ ਮਨ ਦੇ ਅੰਦਰ ਲੋਚਾ, ਕਾਂਗ, ਬਿਰਹੋ ਪੈਦਾ ਹੋਇਆ ਹੈ। ਇਸ ਪ੍ਰਕਾਰ ਦੇ ਨਾਲ ਸਤਿਗੁਰੂ ਜੀ ਕਥਨ ਕਰਦੇ ਹਨ। ਜਗਿਆਸੂ ਬੇਨਤੀ ਕਰਦਾ ਹੈ, ਜੀਵ ਰੂਪ ਇਸਤਰੀ ਬੇਨਤੀ ਕਰਦੀ ਹੈ, ਆਸ ਪਿਆਸੀ ਮੈਂ ਫਿਰਾਂ, ਕਿ ਮੇਰੇ ਅੰਦਰ ਆਸ ਲੱਗੀ ਹੋਈ ਹੈ, ਪਿਆਸੀ ਪਿਆਸਾ ਲੱਗੀ ਹੋਈ ਹੈ, ਤੇ ਲੱਗੀ ਹੋਈ ਹੈ, ਤੇ ਮੈਂ ਫਿਰ ਰਹੀ ਹਾਂ, ਵਿਚਰ ਰਹੀ ਹਾਂ। ਕਬ ਵੇਖੋ ਗੋਪਾਲ। ਇਸ ਵਾਸਤੇ ਮੈਂ ਫਿਰ ਰਹੀ ਹਾਂ ਕਿ ਮੈਨੂੰ ਕਦੋਂ ਗੋਪਾਲ ਦੇ ਦਰਸ਼ਨ ਪ੍ਰਾਪਤ ਹੋਣ। ਜੋ ਪ੍ਰਮਾਤਮਾ ਪਤੀ ਹੈ, ਸਾਰੀ ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ ਗੋਪਾਲ ਹੈ, ਮੈਂ ਕਦੋਂ ਉਸ ਪ੍ਰਭੂ ਨੂੰ ਵੇਖਾਂ, ਕਦ ਮੈਂ ਦਰਸ਼ਨ ਕਰਾਂ। ਮੇਰੇ ਅੰਦਰ ਆਸ ਲੱਗੀ ਹੋਈ ਹੈ, ਦਰਸ਼ਨਾਂ ਦੀ ਪਿਆਸ ਲੱਗੀ ਹੋਈ ਹੈ, ਤਾਂਘ ਲੱਗੀ ਹੋਈ ਹੈ। ਮੇਰਾ ਮਨ ਲੋਚਾ ਹੈ, ਮੇਰਾ ਮਨ ਲੋਚ ਰਿਹਾ ਹੈ। ਦਰਸ਼ਨ ਪਿਆਸੀ ਦਿਨ ਸਰਾਤ, ਦਿਨੇ ਰਾਤ ਦਰਸ਼ਨਾਂ ਦੀ ਪਿਆਸੀ ਹਾਂ, ਦਰਸ਼ਨਾਂ ਦੀ ਧਿਆਈ ਹਾਂ। ਦਰਸ਼ਨ ਪਿਆਸੀ ਦਿਨ ਸਰਾਤ, ਚਿਤਵਾ ਅਨੰਦਿਨ ਨੀਤ, ਤੇ ਦਿਨੇ ਰਾਤ ਚਿਤਵਣੀਆਂ ਕਰਦੀ ਹਾਂ, ਕਦੋਂ ਮੈਂ ਪ੍ਰਭੂ ਦੇ ਗੋਪਾਲ ਦੇ ਦਰਸ਼ਨ ਵੇਖਾਂ। ਹੈ ਕੋਈ ਸਾਜਨ ਸੰਤ ਜਨ। ਹੈ ਕੋਈ ਪ੍ਰਭੂ ਦਾ ਪਿਆਰਾ ਸਾਜਨ, ਸੱਜਣ, ਕੋਈ ਸੰਤ ਜਨ ਹੈ ਮਿਲਿਆ ਹੋਇਆ ਉਸ ਦੇ ਨਾਲ। ਸਾਜਣ ਜਿਹੜਾ ਸੱਜਣ ਹੈ, ਸਰਵਣ ਕਰਵਾਉਣ ਵਾਲਾ ਸੰਤ, ਜਿਸ ਨੂੰ ਸਾਸ ਗ੍ਰਾਸ ਪ੍ਰਭੂ ਨਹੀਂ ਵਿਸਰਦਾ ਹੈ। ਜਨ ਉਹ ਪ੍ਰਭੂ ਦਾ ਪਿਆਰਾ ਹੈ। ਕੋਈ ਐਸਾ ਪ੍ਰਭੂ ਦੇ ਨਾਲ ਮਿਲਿਆ ਹੋਇਆ। ਨਾਨਕ ਪ੍ਰਭ ਮੇਲਣ ਹਾਰ। ਮਹਾਰਾਜ ਕਹਿੰਦੇ ਉਹ ਪ੍ਰਭੂ ਦੇ ਨਾਲ ਕੋਈ ਮੇਲਣ ਹਾਰ ਹੈ, ਕੋਈ ਮੈਨੂੰ ਮੇਲੇ ਉਸ ਪ੍ਰਭੂ ਦੇ ਨਾਲ, ਕੋਈ ਸੱਜਣ, ਕੋਈ ਜਨ, ਕੋਈ ਸੰਤ। ਪੰਚਮ ਪਾਤਸ਼ਾਹ ਮਹਾਰਾਜ ਜੀ ਸੁਖਮਨੀ ਸਾਹਿਬ ਦੀ ਬਾਣੀ 'ਚ ਫਰਮਾਉਂਦੇ ਹਨ, ਸੰਤ ਸਰਨ ਜੋ ਜਨ ਪਰੈ, ਸੋ ਜਨ ਉਦਰ ਨਹਾਰ। ਸੰਤ ਕੀ ਨਿੰਦਾ ਨਾਨਕਾ, ਬਹੁਰ ਬਹੁਰ ਅਵਤਾਰ। ਸੰਤ ਕੌਣ ਹੈ? ਤਾਂ ਮਹਾਰਾਜ ਸਾਹਿਬ ਜੀ ਨੇ ਦੱਸਿਆ, ਜਿਸ ਨੂੰ ਆਉਂਦੇ ਜਾਂਦੇ ਸਾਸ ਗਰਾਸ ਦੇ ਨਾਲ ਕਦੇ ਵੀ ਪਰਮੇਸ਼ਰ ਨਹੀਂ ਭੁੱਲਦਾ, ਉਹ ਸੰਤ ਹੈ। ਜਿਸ ਨੂੰ ਕਦੇ ਵੀ ਨਹੀਂ ਭੁੱਲਦਾ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ,
ਧਨ ਸੇ ਨਾਨਕਾ ਪੂਰਨ ਸੋਈ ਸੰਤ। ਤੇ ਸੰਤ ਉਹਦਾ ਨਾਮ ਹੈ ਜਿਹੜਾ ਮਿਲਿਆ ਹੋਇਆ ਹੈ ਪ੍ਰਭੂ ਦੇ ਨਾਲ। ਸੱਜਣ ਉਹ ਹੈ ਜਿਹੜਾ ਪ੍ਰਭੂ ਦੇ ਨਾਲ ਮਿਲਿਆ ਹੋਇਆ ਹੈ ਤੇ ਦੂਜਿਆਂ ਨੂੰ ਮਿਲਦਾ ਹੈ। ਜਨ ਉਹ ਪ੍ਰਭੂ ਦਾ ਪਿਆਰਾ ਸੇਵਕ ਜਿਹੜਾ ਵਾਹਿਗੁਰੂ ਦੇ ਨਾਲ ਮਿਲਿਆ ਹੋਇਆ। ਤਾਂ ਮਹਾਰਾਜ ਜੀ ਨੇ ਅੰਮ੍ਰਿਤ ਬਾਣੀ ਵਿੱਚ ਉਹਨਾਂ ਗੁਰਮੁਖਾਂ ਨੂੰ ਸੱਜਣ ਵੀ ਆਖਿਆ, ਸੰਤ ਵੀ ਆਖਿਆ ਤੇ ਜਨ ਵੀ ਆਖਿਆ। ਜਿਵੇਂ ਗਰੀਬ ਨਵਾਜ ਕਹਿੰਦੇ, ਨਾਨਕ ਕੱਚੜਿਆ ਸਿਓ ਤੋੜ। ਮਾਰੇ ਕਹਿੰਦੇ ਇੱਕ ਤਾਂ ਕੱਚੇ ਹਨ, ਕਚਿਆਈ ਵਾਲੇ, ਉਹਨਾਂ ਦੇ ਨਾਲੋਂ ਸਾਂਝ ਤੂੰ ਤੋੜ ਲਾ, ਉਹਨਾਂ ਨਾਲੋਂ ਪ੍ਰੀਤ ਤੋੜ ਲਾ। ਨਾਨਕ ਕੱਚੜਿਆ ਸਿਓ ਤੋੜ, ਢੂੰਡ ਸੱਜਣ ਸੰਤ ਪੱਕਿਆ। ਜਿਹੜਾ ਪੱਕਾ ਪ੍ਰਭੂ ਦਾ ਪਿਆਰਾ ਸੱਜਣ ਸੰਤ, ਉਹਨੂੰ ਢੂੰਡ ਕੇ ਵੀ ਮਿਲ, ਉਹਦੀ ਭਾਲ ਕਰਕੇ ਵੀ ਉਹਦੇ ਨਾਲ ਮਿਲਾਪ ਕਰ। ਮਹਾਰਾਜ ਕੀ ਕਾਰਨ ਹੈ? ਤਾਂ ਸਤਿਗੁਰੂ ਕਹਿੰਦੇ ਜਿਹੜੇ ਕੱਚੇ ਉਹ ਤਾਂ ਜਿਉਂਦਿਆਂ ਹੀ ਛੱਡ ਜਾਂਦੇ ਆ, ਤੇ ਜਿਹੜਾ ਪੱਕਾ ਉਹ ਮਰਨ ਤੋਂ ਮਗਰੋਂ ਵੀ ਸਾਥ ਨਿਭਾਉਂਦਾ ਹੈ। ਨਾਨਕ ਕੱਚੜਿਆਂ ਸਿਓ ਤੋੜ, ਢੂੰਡ ਸੱਜਣ ਸੰਤ ਪੱਕਿਆ। ਓਏ ਜੀਵਨ ਦੇ ਵਿਛੜੇ ਹੋਏ ਮੋਇਆ ਨਾ ਜਾਹੀ ਛੋੜ। ਉਹ ਮਰਨ ਤੋਂ ਮਗਰੋਂ ਵੀ ਸਾਥ ਨਹੀਂ ਛੱਡਦੇ। ਉਹ ਲੋਕ ਵਿੱਚ ਵੀ ਸਾਥ ਨਿਭਾਉਂਦੇ ਤੇ ਪ੍ਰਲੋਕ ਵਿੱਚ ਵੀ ਸਾਥ ਨਿਭਾਉਂਦੇ। ਤੇ ਉਹ ਪ੍ਰਭੂ ਨਾਲ ਮਿਲੇ ਹੋਏ ਜਿਹੜੇ, ਉਹ ਮਹਾਰਾਜ ਕਹਿੰਦੇ ਫਿਰ ਮੇਲਦੇ। ਮਹਾਰਾਜ ਨੇ ਜਨ ਵੀ ਆਖਿਆ, ਜਿਵੇਂ ਗਰੀਬ ਨਵਾਜ ਫਰਮਾਉਂਦੇ, ਕੋਈ ਜਨ ਹਰਸਿਓ ਦੇਵੈ ਜੋਰ। ਕੋਈ ਪ੍ਰਭੂ ਦਾ ਜਨ ਉਸ ਪ੍ਰਭੂ ਨਾਲ, ਉਸ ਹਰੀ ਨਾਲ ਮੈਨੂੰ ਜੋੜ ਦਵੇ, ਮੇਲ ਦਵੇ। ਨਾਨਕ ਪ੍ਰਭ ਮੇਲਣਹਾਰ ਹੈ ਕੋਈ, ਉਹ ਮੈਨੂੰ ਵੀ ਮਿਲਾਵੇ। ਕੋਈ ਮਿਲਿਆ ਹੋਇਆ, ਕੋਈ ਮਿਲਾ ਦੇਣ ਵਾਲਾ ਮੈਨੂੰ ਵੀ ਉਸ ਵਾਹਿਗੁਰੂ ਦੇ ਨਾਲ ਮਿਲਾਵੇ। ਕੋਈ ਜਨ ਹਰਸਿਓ ਦੇਵੈ ਜੋਰ। ਜਿਹੜਾ ਜੋੜੇ ਹਰੀ ਦੇ ਨਾਲ, ਫਿਰ ਮੈਂ ਚਰਨ ਕਹੋ ਬਕੋ ਸੁਭ ਰਸਨਾ, ਉਹਦੇ ਚਰਨ ਫੜ ਲਵਾਂ, ਆਪਣੀ ਰਸਨਾ ਤੋਂ ਸ਼ੁਭ ਪਵਿੱਤਰ ਬਚਨ ਉਸਦੀ ਉਸਤਤੀ ਵਿੱਚ ਕਹਾਂ। ਦੀਜਾ ਹੈ ਪ੍ਰਾਣ ਅਕੋਰ, ਆਪਣੇ ਪ੍ਰਾਣਾਂ ਦੀ ਭੇਟਾ ਮੈਂ ਅਰਪਣ ਕਰ ਦੇਵਾਂ। ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹਉ ਤਿਸ ਪਹਿ ਆਪ ਵਿੱਚ ਆਈ। ਅੰਮ੍ਰਿਤ ਬਾਣੀ ਦੇ ਅੰਦਰ ਜਿੱਥੇ ਪਰਮੇਸ਼ਰ ਦੀ ਉਸਤਤੀ ਹੈ, ਗੁਰੂ ਸਾਹਿਬ ਜੀ ਪਰਮੇਸ਼ਰ ਦਾ ਹੀ ਸਰਗੁਣ ਸਰੂਪ ਹਨ। ਨਿਰਗੁਣ ਆਪ ਸਰਗੁਣ ਪੀਓ ਹੀ, ਕਲਾ ਧਾਰ ਜਿਨ ਸਗਲੀ ਮੋਹੀ। ਸਤਿਗੁਰਾਂ ਦੀ ਮਹਿਮਾ ਹੈ। ਉਥੇ ਭਗਵਾਨ ਦੀ ਉਸਤਤੀ ਦੇ ਨਾਲ ਨਾਲ ਭਗਤ ਦੀ ਵੀ ਉਸਤਤੀ ਹੈ। ਗੁਰੂ ਸਾਹਿਬ ਜੀ ਦੀ ਵਡਿਆਈ ਦੇ ਨਾਲ ਨਾਲ ਗੁਰਸਿੱਖਾਂ ਦੀ ਮਹਿਮਾ ਵੀ ਅੰਮ੍ਰਿਤ ਬਾਣੀ ਦੇ ਅੰਦਰ ਹੈ। ਪਰਮੇਸ਼ਰ ਦੀ ਤਾਂ ਹੈ ਹੀ ਮਹਿਮਾ, ਪਰ ਉਹਦੇ ਨਾਮ ਦੀ ਵੀ ਮਹਿਮਾ ਹੈ ਤੇ ਉਹਦੇ ਨਾਮ ਜਪਣ ਵਾਲਿਆਂ ਦੀ ਵੀ ਮਹਿਮਾ। ਭਗਵਾਨ ਦੀ ਵੀ ਉਸਤਤੀ ਹੈ, ਭਗਤੀ ਦੀ ਵੀ ਉਸਤਤੀ ਹੈ, ਭਗਤ ਦੀ ਵੀ ਉਸਤਤੀ ਹੈ। ਮਹਾਰਾਜ ਸਾਹਿਬ ਜੀ ਨੇ ਬੇਅੰਤ ਵਾਰੀ ਅੰਮ੍ਰਿਤ ਬਾਣੀ ਦੇ ਅੰਦਰ ਇਹ ਬਚਨ ਫਰਮਾਏ। ਜਿਵੇਂ ਸੁਖਮਨੀ ਸਾਹਿਬ ਦੇ ਵਿੱਚ ਪੂਰੀ ਅਸ਼ਟਪਦੀ ਮਹਾਰਾਜ ਨੇ ਉਚਾਰਨ ਕੀਤੀ। ਬ੍ਰਹਮ ਗਿਆਨੀ ਦੀ ਮਹਿਮਾ ਕਥਨ ਕਰਦਿਆਂ ਸਾਰੀ ਅਸ਼ਟਪਦੀ, ਸਾਧੂ ਦੀ ਮਹਿਮਾ ਕਥਨ ਕਰਦਿਆਂ ਸਾਰੀ ਅਸ਼ਟਪਦੀ ਉਚਾਰਨ ਕੀਤੀ ਹੈ। ਸੰਤ ਦਾ ਜ਼ਿਕਰ ਕਰਦਿਆਂ ਸਾਰੀ ਅਸ਼ਟਪਦੀ ਮਹਾਰਾਜ ਨੇ ਬਿਆਨ ਕੀਤੀ। ਸਤਿਗੁਰੂ ਕਹਿੰਦੇ ਪਰਮੇਸ਼ਰ ਹੈ ਅਗਮ ਅਗਾਧ, ਪਾਪਾਂ ਪੁੰਨਾਂ ਤੋਂ ਪਰੇ, ਸਰਬ ਵਿਆਪਕ। ਅਗਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੈ ਸੋ ਮੁਕਤਾ ਹੋਏ। ਉਹ ਤਾਂ ਅਗਮ ਹੈ ਹੀ, ਡੂੰਘਾ ਹੈ ਹੀ, ਮਨ ਦੀ ਗਮਤਾ ਤੋਂ ਪਰੇ ਹੈ ਹੀ, ਸੋਭਾ ਵਾਲਾ ਪਾਰ ਬ੍ਰਹਮ ਪਰਮੇਸ਼ਰ। ਪਰ ਜਿਹੜਾ ਉਸ ਨੂੰ ਕਹਿੰਦਾ ਹੈ ਉਹ ਵੀ ਮੁਕਤ ਹੋ ਜਾਂਦਾ। ਜੋ ਜੋ ਕਹੈ ਸੋ ਮੁਕਤਾ ਹੋਏ, ਸੁਣ ਮੀਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਅਚਰਜ ਕਥਾ। ਇੱਥੇ ਗੁਰੂ ਸਾਹਿਬ ਨੇ ਆਖਿਆ ਪਰਮੇਸ਼ਰ ਦੀ ਅਚਰਜ ਕਥਾ ਹੈ। ਹਰ ਕੀ ਗਤ ਨਹਿ ਕੋ ਜਾਣੈ, ਜੋਗੀ ਜਤੀ ਤਪੀ ਪਜ ਹਾਰੇ, ਅਰਬਹ ਲੋਕ ਸਿਆਣੇ। ਜਿੱਥੇ ਹਰ ਕੀ ਗਤ ਨਹੀਂ ਕੋਈ ਜਾਣ ਸਕਦਾ, ਉੱਥੇ ਮਹਾਰਾਜ ਕਹਿੰਦੇ ਉਹਦੇ ਜਪਣ ਵਾਲੇ ਦੀ ਵੀ ਕਥਾ ਅਚਰਜ ਵਾ। ਸਾਧ ਜਨਾ ਕੀ ਅਚਰਜ ਕਥਾ। ਫਿਰ ਅਸ਼ਟਪਦੀ ਸਾਰੀ ਚ ਬਿਆਨ ਕਰਦਿਆਂ ਅਖੀਰਲੇ ਪਦੇ ਚ ਜਾ ਕੇ ਆਖਿਆ, ਸਾਧ ਕੀ ਮਹਿਮਾ ਵੇਦ ਨਾ ਜਾਣੈ।
जेता सुनह तेता बखियाने, साध की उपमा तेहो गुणते दूर, साध की उपमा रही भरपूर, साध की शोभा का नाही अंत, साध की शोभा सदा बेअंत, साध की शोभा ऊंचते ऊंची, साध की शोभा ऊंचते ऊंची, साध की शोभा साध बन आई, नानक साध प्रभ भेद ना पाई। मारे कहते भेद ही नहीं है साध विच ते प्रभु दे विच। ऐसा कोई प्रभु दा प्यारा मिलिया होया, कोई सज्जन, कोई संत। जदों संत दा जिक्र कीता महाराज साहब जी ने अमृत बाणी दे अंदर ते पंजवें पातशाही दे पास एक बारी बेनती कीती सी। कांची विचों आए हुए पंडितां ने, हरी लाल ते कृष्ण लाल कांची दे विद्वान पंडित, जिन्हां दे दादे नूं उपदेश दे करके सतगुरु श्री गुरु नानक देव साहब महाराज जी ने निहाल कीता सी। कांची जी जदों महाराज गए सी, गोपाल दत्त नूं उपदेश दे करके सहस्कृति दे 4 श्लोक महाराज ने उचारण कीते सी। जदों उन्हां ने अपने पुस्तकालय विचों ਉਹ पवित्र श्लोक पढ़े, मन नूं शांति प्राप्त होई ते फिर वो बाणी लै करके वो श्लोक लै करके पंजवें पातशाही दे दर्शन करने वास्ते आए। आप बेनती की कि महाराज जिवें साडे बजुर्गां नूं धन गुरु नानक साहब जी ने उपदेश दे करके ज्ञान बख्शिया, निहाल कीता सी, इसे तरह तुसीं सानूं भी उपदेश दिओ जी। फिर उन्होंने सवाल किए ते महाराज साहब जी ने उन्होंने सवालों के जवाब बख्शिश किए ते महान पवित्र बाणी सहस्कृति उचारण की 67 श्लोकां 67 श्लोकां अंदर महाराज साहब जी ने बेअंत बेअंत उपदेश बख्शिश किया। हरी लाल कृष्ण लाल कांची दे पंडितां उत्थे उन्होंने एक ये भी सवाल किया कि महाराज जो संत है, संत के लक्षण दसो, संत किस नूं कहिंदे हन। ते महाराज साहब जी ने फिर 40वां श्लोक उचारण किया सहस्कृति का। सतगुरु कहन लगे भी संत दे विच जिन्हों संत कहा जा सकता है, साधु कहा जा सकता है, सज्जन कहा जा सकता है, प्रभु नाल मिलिया होया कहा जा सकता है, उहदे विच ये 6 लक्षण हुंदे, 6 गुण हुंदे। महाराज केड़े केड़े? तां गरीब नवाज कहन लगे मंत्रं राम राम नामं ध्यानं सर्वत्र पूर्ण है, ज्ञानं सम दुख सुखं जुगत निर्मल निर्वैरण है, दयालं सर्वत्र जिया पंच दोख विवर्जित है, भोजनं गोपाल कीर्तनं अल्प माया जल कमल रहता है, उपदेशं सम मित्र सत्र है, भगवंत भगत भावनी, पर निंदा नह स्रोत श्रवणं आप त्याग सगल रेणुका है, खट लखण पूर्णं पुरख है, नानक नाम साध सुअजन है। कहन लगे जिहदे विच 6 लक्षण होण, 6 गुण होण, उहनूं साधु कहा जांदा, उहनूं सज्जन कहा जांदा, वो साधु सज्जन है कोई साजन संत जन नानक प्रभ मेलन हार। पहला साधु दा संत दा लक्षण है ओदी रसना ते हर वेले नाम रहिंदा है। प्रभ जी बस है साध की रसना, उन्हों कदे भी भुलदा नहीं है, जिसनों कदे भी विसरदा नहीं है। मंत्रं राम राम नामं ध्यानं सर्वत्र पूर्ण है, रसना ते सर्व व्यापक दा नाम रहिंदा है, प्रभु दा मंत्र ते ध्यान करदा है सर्व व्यापक दा, सारे थावां ते वाहिगुरू नूं व्यापक जान करके उहदे ध्यान दे विच उसदे नाम दे विच जुड़िया रहिंदा। मंत्रं राम राम नामं ध्यानं सर्वत्र पूर्ण है, ये पहला गुण है साधु दा। ते मारे कहंदे दूसरा गुण है कि वह प्रभु दा प्यारा दुख ते सुख दे विच एक रस रहिंदा, उहदा ज्ञान एक रस रहिंदा। ज्ञानं जिहड़ा ज्ञान है उसदा दुख सुख दे विच एक रस वधदा घटदा नहीं। ज्ञानं सम दुख सुखं जुगत निर्मल निर्वैरण है, ते उहदा निर्मल जीवन है, निर्वैर है, किसी नाल वैर नहीं करदा। महाराज कहंदे तीसरा उहदा लक्षण है सारियां ते दया करदा है ते 5 दोषां तो रहत रहिंदा है। काम क्रोध लोभ मोह हंकार शब्द स्पर्श रूप रस गंध,
दयालंग सर्वत्र जिया पंच दोख विवर्जिता है। पंजा दोषां नूं वरजिया होया ने रोकिया होया। चौथा महाराज कहंदे गुण है साधु दा, जिथे वो प्रसादा तो छकदा ही है शरीर की खुराक, पर साधु का असल भोजन है वाहिगुरु का नाम, प्रभु की कीर्ति। भोजनं गोपाल कीर्तनं अल्प माया जल कमल रहता है। ते माया पदार्थां विच रहिंदा होया वो निर्लेप रहिंदा है, जिवें पानी विच रहिंदा होया कमल फुल पानी तो उपर रहिंदा है, निर्लेप रहिंदा है। ये वो साधु का लक्षण है। भोजनं गोपाल कीर्तनं अल्प माया जल कमल रहता है। फिर महाराज कहते पंजवां गुण है साधु का कि वह सारिਆਂ ਨੂੰ बराबर उपदेश देता है। ਉਹਦੇ वास्ते कोई वड्डा नहीं, कोई छोटा नहीं, कोई अमीर नहीं, कोई गरीब नहीं, कोई अपना नहीं, कोई बगाना नहीं, कोई सज्जन नहीं, कोई दुश्मन नहीं। वो सारिਆਂ ਦੇ ਵਿੱਚ परमेश्वर की सत्ता जान के सारिਆਂ ਨੂੰ ਸਾਂਝਾ उपदेश देता है। उपदेशं सम मित्र सत्र है, भगवंत भगत भावनी। ये भगवंत की भावना नाल भगती करनी, ये उपदेश वो देता है। भावें उहदे कोले कोई मित्रता करने वाला आ जाए, भावें कोई शत्रुता करने वाला आ जाए, वो दोनों नाल एक रस वरतदा है। लोग अपनी अपनी भावना नाल कोई उहदा मित्र बन जाता है, कोई उहदा शत्रु बन जाता है। वेखो दुनिया ते शत्रु उन्हां दी भी बनी है जिन्हां ने किसी नाल शत्रुता नहीं की, लोग उन्हां दे भी दुश्मन बने जिन्हां ने किसी नाल दुश्मनी नहीं की। गुरु साहिबां दा इतिहास पढ़ लईए, गुरु साहिबां नालों वड्डा साधु संत कौन हो सकदा है? किहड़े गुरु साहिब नाल संसार दे लोकां ने वैर भाव नहीं रखिया? सतगुरु नानक देव साहिब महाराज दा इतिहास पढ़दे आ, लोकां ने वट्टे तक भी मारे, लोकां ने भूतना बेताला भी आखिया, कईयां ने आखिया साडे वर्गा ही आदमी है। कोई आखे भूतना, को कहे बेताला, कोई आखे आदमी, नानक बेचारा। कई कहते नहीं ये तो साडे वर्गा भी नहीं है, ये तो विचारा है। इस तरह की बिरती, जिस तरह की किसी की बिरती उस तरह का वो सोचता है। इस करके वाहिगुरु के मार्ग ते जिहड़ा चलना है, इहनूं महाराज साहब जी ने आख्या भी ये खंडे की धार ते तुरना है। ये मार्ग वाल नालों निक्का है ते खंडे नालों तिखा है, क्योंकि तुसीं किसी नाल दुश्मनी ना भी करो, सुभावक दुनिया दुश्मन आपे बन जाती है। गुरु अंगद देव साहब महाराज वो खडूर साहब विच रहण वाला तबा ही महाराज का दुश्मन बन बैठा। हुण गुरु साहब तां किसे नाल दुश्मनी करते ही नहीं। महाराज साहब दे घर दा ते सिद्धांत ही है, नानक नाम चढ़दी कला, तेरे भाणे सरबत दा भला। किसी भी गुरु साहब जी का इतिहास पढ़ लो, छेवें पातशाह उत्ते फौजां चढ़ के आउंदियां रहियां, महाराज थोड़ा चढ़ के गए किसी से। दसम पातशाह उत्ते चढ़ के आउंदे रहे आनंदपुर साहब। हुण गुरु साहब जी तां सरबत दे भले की गल करदे। दूसरे धर्म दे विच भी जबर जुल्म हुंदा है ते अपने पिता जी नूं कुर्बानी करन वास्ते भेज देंदे, शहीदी वास्ते भेज देंदे। पर संसार की ऐसी हालत है, लोग अपनी बिरती के मुताबिक कोई मित्र बनता है, कोई दुश्मन बन जाता है। पर महाराज कहते भी जिहड़ा साधु है वो किसी नाल ऐसा भाव नहीं रखता है, वो दोनों नूं बराबर उपदेश देता है। भावें कोई मित्रता भाव वाला आ जाए, भावें कोई दुश्मनी रखने वाला आ जाए। उपदेशन सम मित्र सत्र है, भगवंत भगत भावनी। भगवंत की भावना नाल भगती करनी, है उपदेश सारिਆਂ ਨੂੰ ਦਿੰਦਾ है साधु। ये ਉਹਦਾ पंजवां गुण है साधु। ते छेवां गुण है पर निंदा नह स्रोत श्रवणम, आप त्याग सगल रेण कह। पराई निंदिया नहीं करना नाल सुनदा। जे कोई साधु दे लागे किसी की निंदिया करन लगता है तां वो अपने आप नूं पासे करदा है, जां निंदिया करन वाले नूं रोक दिंदा है कि ना भाई मेरे कोले ना किसी की निंदिया कर।
ਉਹ ਕਹਿੰਦਾ ਮੈਂ ਤੇ ਆਪ ਨਹੀਂ ਚੰਗਾ, ਮੈਂ ਤੇ ਆਪ ਸਾਰਿਆਂ ਨਾਲੋਂ ਨੀਵਾਂ। ਗੁਰੂ ਸਾਹਿਬ ਜੀ ਨੇ ਇਹਦੇ ਵਿੱਚ ਇਹ ਵੀ ਦੱਸਿਆ ਕਿ ਨਿੰਦਿਆ ਸੁਣਨ ਤੋਂ ਅਸੀਂ ਬਚ ਕਿਵੇਂ ਸਕਦੇ। ਸਾਧੂ ਨਿੰਦਿਆ ਸੁਣਨ ਤੋਂ ਕਿਵੇਂ ਬਚਦਾ? ਪਰ ਨਿੰਦਾ ਨਹਿ ਸਰੋਤ ਸ਼ਰਵਣੰ, ਆਪ ਤਿਆਗ ਸਗਲ ਰੇਣ ਕਹਿ। ਕਿਉਂਕਿ ਉਹਨੇ ਆਪਣੇ ਆਪ ਨੂੰ ਤਿਆਗਿਆ ਹੋਇਆ, ਆਪਣੇ ਅੰਦਰੋਂ ਹੰਕਾਰ ਨੂੰ ਤਿਆਗਿਆ ਹੈ ਤੇ ਸਾਰਿਆਂ ਦੀ ਚਰਨ ਧੂੜੀ ਬਣ ਕੇ ਰਹਿੰਦਾ ਹੈ। ਜਦੋਂ ਸਾਰਿਆਂ ਤੋਂ ਨੀਵਾਂ ਆਪਣੇ ਆਪ ਨੂੰ ਉਹਨੇ ਮੰਨਿਆ ਹੈ ਨਾ, ਇਸ ਕਰਕੇ ਉਹ ਕਿਸੇ ਦੀ ਨਿੰਦਿਆ ਨਹੀਂ ਸੁਣਦਾ। ਸਤਿਗੁਰੂ ਕਹਿੰਦੇ ਕਿ ਦੂਜੇ ਦੀ ਨਿੰਦਿਆ ਸੁਣਨ ਤੋਂ ਤੂੰ ਤਾਂ ਹੀ ਬਚ ਸਕਦਾ ਜਦੋਂ ਆਪਣੇ ਆਪ ਨੂੰ ਨੀਵਾਂ ਸਮਝੇ, ਜਦੋਂ ਆਪਣੇ ਆਪ ਨੂੰ ਵੱਡਾ ਸਮਝਿਆ ਹੈ, ਉੱਚਾ ਸਮਝਿਆ ਹੈ, ਗੁਣਾਂ ਵਾਲਾ ਸਮਝਿਆ ਹੈ, ਫਿਰ ਸੁਭਾਵਕ ਹੀ ਦੂਜਿਆਂ ਨੂੰ ਔਗਣਾਂ ਵਾਲਾ ਸਮਝ ਕਰਕੇ ਨਿੰਦਿਆ ਚੰਗੀ ਲੱਗੇ। ਸੁਖਮਨੀ ਸਾਹਿਬ 'ਚ ਵੀ ਨਿੰਦਿਆ ਨੂੰ ਤਿਆਗਣ ਦਾ ਐਸਾ ਹੀ ਉਪਦੇਸ਼ ਮਹਾਰਾਜ ਨੇ ਦਿੱਤਾ। ਗਰੀਬ ਨਵਾਜ ਸਾਹਿਬ ਜੀ ਨੇ ਜਿੱਥੇ ਫਰਮਾਇਆ ਨਾ, ਪਰਤਰਿਆ ਰੂਪ ਨਾ ਵੇਖੈ ਨੇਤਰ, ਸਾਧ ਕੀ ਟਹਿਲ ਸੰਤ ਸੰਗ ਹੇਤ। ਅੱਗੇ ਬਚਨ ਕੀਤਾ, ਕਰਨ ਨਾ ਸੁਣੈ ਕਾਹੂ ਕੀ ਨਿੰਦਾ। ਕੰਨਾਂ ਨਾਲ ਕਿਸੇ ਦੀ ਨਿੰਦਿਆ ਨਾ ਸੁਣੇ। ਮਹਾਰਾਜ ਬਚ ਕਿਵੇਂ ਸਕਦੇ ਆ ਵੀ ਕੰਨ ਸਾਡੇ ਨਾ ਨਿੰਦਿਆ ਸੁਣਨ? ਨਿੰਦਿਆ ਤੇ ਬਹੁਤ ਵੱਡੀ ਗਿਣਤੀ ਵਿੱਚ ਹੋ ਰਹੀ ਹੈ, ਕਿਵੇਂ ਸਾਡੇ ਕੰਨ ਬਚ ਸਕਦੇ ਨਿੰਦਿਆ ਸੁਣਨ ਤੋਂ? ਤੇ ਮਹਾਰਾਜ ਕਹਿੰਦੇ ਕਿ ਫਿਰ ਸਾਰਿਆਂ ਤੋਂ ਆਪਣੇ ਆਪ ਨੂੰ ਮੰਦਾ ਸਮਝੇਗਾ ਤੇ ਤਾਂ ਨਿੰਦਿਆ ਤੋਂ ਬਚ ਸਕਦਾ। ਕਰਨ ਨਾ ਸੁਣੈ ਕਾਹੂ ਕੀ ਨਿੰਦਾ, ਸਭ ਤੇ ਜਾਣੈ ਆਪਸ ਕਉ ਮੰਦਾ। ਪਰ ਹੈ ਔਖੀ ਗੱਲ, ਬੰਦਾ ਸਭ ਤੋਂ ਮੰਦਾ ਕਿੱਥੇ ਜਾਣਦਾ? ਕਹਿੰਦਾ ਸਾਰਿਆਂ ਤੋਂ ਮੈਂ ਹੀ ਚੰਗਾ ਵਾਂ, ਬਾਕੀ ਸਾਰੇ ਮੇਰੇ ਤੋਂ ਛੋਟੇ, ਮੈਂ ਸਭ ਤੋਂ ਚੰਗਾ ਵਾਂ। ਬਾਕੀ ਔਗਣਾਂ ਵਾਲੇ, ਮੈਂ ਗੁਣਾਂ ਵਾਲਾ। ਪਰ ਮਹਾਰਾਜ ਸਾਹਿਬ ਕਹਿੰਦੇ ਜਦੋਂ ਇਹ ਗੱਲ ਕਵੇਗਾ ਨਾ ਵੀ ਹਮ ਨਹੀਂ ਚੰਗੇ, ਫੇਰ ਹੀ ਆਖਿਆ ਜਾਵੇਗਾ ਬੁਰਾ ਨਹੀਂ ਕੋਏ। ਇਹ ਗੁਰੂ ਸਾਹਿਬਾਂ ਨੇ ਆਖਿਆ ਵੇ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ। ਤਾਂ ਸਾਧੂ ਦੇ ਵਿੱਚ ਇਹ ਗੁਣ ਹੈ ਵੀ ਉਹ ਪਰਾਈ ਨਿੰਦਿਆ ਨਹੀਂ ਕੰਨਾਂ ਵਿੱਚ ਪੈਣ ਦਿੰਦਾ, ਕਿਉਂਕਿ ਉਹਨੇ ਹੰਕਾਰ ਤਿਆਗਿਆ ਹੈ ਤੇ ਆਪ ਨੀਵਾਂ ਹੋਇਆ ਹੈ। ਇਹ 6ਵਾਂ ਗੁਣ ਹੈ ਸਾਧੂ ਦਾ। ਪਰ ਨਿੰਦਾ ਨਹਿ ਸਰੋਤ ਸ਼ਰਵਣੰ, ਆਪ ਤਿਆਗ ਸਗਲ ਰੇਣ ਕਹਿ। ਖਟ ਲਖਿਆਣ ਪੂਰਨੰ ਪੁਰਖ ਹੈ, ਨਾਨਕ ਨਾਮ ਸਾਧ ਸਵਜਣ ਹੈ। ਜਿਹਦੇ ਵਿੱਚ 6 ਗੁਣ ਆ ਤੇ 5ਵੇਂ ਪਾਤਸ਼ਾਹ ਕਹਿੰਦੇ ਉਹਨੂੰ ਸਾਧੂ ਕਹਿ ਲਓ, ਉਹਨੂੰ ਸੱਜਣ ਕਹਿ ਲਓ, ਉਹਨੂੰ ਸੰਤ ਕਹਿ ਲਓ, ਉਹ ਪ੍ਰਭੂ ਦਾ ਪਿਆਰਾ ਹੈ। ਤੇ ਐਸੇ ਜਿਹੜੇ ਫਿਰ ਪ੍ਰਭੂ ਦੇ ਪਿਆਰੇ ਹਨ, ਉਹਨਾਂ ਕੋਲੇ ਨਾਮ ਧਨ ਹੈ। ਉਹਨਾਂ ਨੂੰ ਆਖਿਆ ਧਨਵੰਤ ਨਾਮ ਕੇਵਨ ਜਾਏ। ਉਹਨਾਂ ਨੂੰ ਆਖਿਆ ਹੈ ਕਿ ਉਹ ਵੱਡਿਆਂ ਭਾਗਾਂ ਵਾਲੇ ਨਾਮ ਜਪਦੇ ਆ ਤੇ ਨਾਮ ਜਪਾਉਂਦੇ ਆ। ਫਿਰ ਉਹਨਾਂ ਨੂੰ ਆਖਿਆ ਹੈ ਜਨਮ ਮਰਨ ਦੋਹੂ ਮਹਿ ਨਾਹੀ, ਜਨ ਪਰ ਉਪਕਾਰੀ ਆਏ। ਜੀ ਅਦਾਨ ਦੇ ਭਗਤੀ ਲਾਇਨ, ਹਰਸਿਓ ਲੈਣ ਮਿਲਾਏ। ਉਹ ਪ੍ਰਭੂ ਨਾਲ ਮੇਲਣ ਹਾਰ ਵਾ, ਨਾਨਕ ਪ੍ਰਭ ਮੇਲਣ ਹਾਰ, ਹਰਸਿਓ ਲੈਣ ਮਿਲਾਏ। ਕਿਉਂਕਿ ਉਹ ਮਿਲੇ ਹੋਏ ਆ। ਉਹਨਾਂ ਨੂੰ ਆਖਿਆ ਉਹ ਭਾਗਾਂ ਵਾਲੇ, ਉਹ ਵੱਡੇ ਸ਼ਾਹੂਕਾਰ ਜਿਨ੍ਹਾਂ ਦੇ ਹਿਰਦੇ ਘਰ ਵਿੱਚ ਨਾਮ ਧਨ ਹੈ, ਨਾਮ ਦੀ ਪੂੰਜੀ ਹੈ। ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਘਰ ਧਨ ਹਰ ਨਾਮਾ। ਪ੍ਰਵਾਨ ਕਣੀ ਸਈ ਇਹ ਆਏ, ਸਫਲ ਤਿਨਾ ਕੇ ਕਾਮਾ। ਕਬੀਰ ਸੇਵਾ ਕਉ ਦੋਏ ਭਲੇ, ਏਕ ਸੰਤ ਇੱਕ ਰਾਮ। ਰਾਮ ਜੋ ਦਾਤਾ ਮੁਕਤ ਕੋ, ਸੰਤ ਜਪਾਵੇ ਨਾਮ। ਰਾਮ ਮੁਕਤੀ ਦੇਣ ਦਾ ਦਾਤਾ ਹੈ ਤੇ ਸੰਤ ਦੀ ਸੇਵਾ ਰਾਮ ਨੇ ਲਾਈ ਹੈ ਕਿ ਤੂੰ ਜਪਣਾ ਤੇ ਜਪਾਉਣਾ ਹੈ। ਤੇ ਮਹਾਰਾਜ ਕਹਿੰਦੇ ਉਹ ਜਪਣ ਜਪਾਉਣ ਵਾਲੇ ਪ੍ਰਭੂ ਦੇ ਪਿਆਰੇ ਧੰਨ ਵਾ। ਜੋ ਜਾਣੈ ਤਿਸ ਸਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ। ਉਹ ਧਨਵੰਤ ਕੁਲਵੰਤ ਪਤਵੰਤ, ਉਹੀ ਧਨ ਵਾਲੇ ਆ, ਉਹੀ ਵੱਡੀ ਉੱਚੀ ਕੁਲ ਵਾਲੇ ਆ, ਉਹੀ ਇੱਜ਼ਤ ਵਾਲੇ ਆ, ਪੱਤ ਵਾਲੇ ਆ, ਜਿਨ੍ਹਾਂ ਦੇ ਹਿਰਦੇ ਵਿੱਚ ਭਗਵੰਤ ਵਸਿਆ ਹੋਇਆ। ਉਹ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਕਤ ਜਿਸ ਹਿਰਦੈ ਭਗਵੰਤ। ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਇਹ ਸੁਆਓ, ਜਨ ਕੈ ਸੰਗ ਚਿਤ ਆਵੈ ਨਾਉ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕਾ ਸਦਾ ਨਮਸਕਾਰ। ਐਸੇ ਜਨਾਂ ਨੂੰ ਮਾਰੇ ਕਹਿੰਦੇ ਸਦਾ ਨਮਸਕਾਰ। ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਹਿ ਨਾਮ ਜਪਾਵੈ। ਤਾਂ ਜਗਿਆਸੂ ਬੇਨਤੀ ਕਰਦਾ ਹੈ
ਕਿ ਮੇਰੇ ਅੰਦਰ ਪਿਆਸਾ ਲੱਗੀ ਹੋਈ ਹੈ, ਆਸ ਲੱਗੀ ਹੋਈ ਹੈ, ਕਦੋਂ ਮੈਂ ਪ੍ਰਭੂ ਦੇ ਗੋਪਾਲ ਦੇ ਦਰਸ਼ਨ ਵੇਖਾਂ। ਹੈ ਕੋਈ ਸਾਜਣ ਸੰਤ ਜਨ, ਹੈ ਕੋਈ ਪ੍ਰਭੂ ਦਾ ਪਿਆਰਾ ਐਸਾ ਸੱਜਣ, ਐਸਾ ਸੰਤ ਜਨ, ਨਾਨਕ ਪ੍ਰਭ ਮੇਲਣ ਹਾਰ, ਜਿਹੜਾ ਮੈਨੂੰ ਪ੍ਰਭੂ ਦੇ ਨਾਲ ਮੇਲ ਦਵੇ। ਬਿਨ ਮਿਲਵੇ ਸਾਥ ਨਾ ਉਪਜੈ। ਕਿਉਂਕਿ ਜਿੰਨਾ ਚਿਰ ਪ੍ਰਭੂ ਪਤੀ ਦੇ ਨਾਲ ਮਿਲਾਪ ਨਹੀਂ ਹੁੰਦਾ, ਉਹਨਾਂ ਚਿਰ ਸ਼ਾਂਤੀ ਨਹੀਂ ਪੈਦਾ ਹੋ ਸਕਦੀ, ਵਾਸ਼ਨਾ ਨਹੀਂ ਮਿਟ ਸਕਦੀਆਂ, ਅੰਦਰ ਸ਼ਾਂਤ ਨਹੀਂ ਹੋ ਸਕਦਾ ਹੈ। ਸ਼ਾਂਤੀ ਨਹੀਂ ਮਿਲਾਪ ਤੋਂ ਬਿਨਾ ਉਪਜੇਗੀ, ਨਹੀਂ ਪੈਦਾ ਹੋਵੇਗੀ। ਤਿਲ ਪਲ ਰਹਿਣ ਨਾ ਜਾਏ। ਪਲ ਕਹਿੰਦੇ ਸਾਧ ਸੰਗਤ ਜੀ, ਇਹ ਸਮੇਂ ਦੀ ਵੰਡ ਕੀਤੀ ਹੈ ਕਿ 15 ਵਾਰੀ ਅੱਖਾਂ ਨੂੰ ਫਰਕੀਏ ਤੇ ਜਿੰਨਾ ਸਮਾਂ ਬਣਦਾ ਹੈ ਉਹਨੂੰ ਇੱਕ ਵਿਸਵਾ ਆਖਿਆ ਹੈ, ਤੇ 15 ਵਿਸਿਆਂ ਦਾ ਇੱਕ ਚਸਾ, ਤੇ 30 ਚਸਿਆਂ ਦਾ ਇੱਕ ਪਲ। ਇਹ ਪੁਰਾਤਨ ਸਮੇਂ ਦੀ ਵੰਡ ਹੈ, ਜੋ ਗੁਰਬਾਣੀ ਦੇ ਵਿੱਚ ਵਿਸੋਏ, ਚਸਿਆ, ਘੜੀਆ, ਪਹਿਰਾ, ਥਿੱਤੀ, ਵਾਰੀ, ਮਾਹੁ ਹੋਆ, ਇਹ ਪਦ ਆਏ ਹਨ। ਤਾਂ ਇੰਨਾ ਕੁ ਜਿਹੜਾ ਸਮਾਂ ਉਹਨੂੰ ਪਲ ਆਖਿਆ ਹੈ, ਤੇ ਪਲ ਦੇ ਵਿੱਚੋਂ ਤਿਲ ਜਿੰਨਾ ਸਮਾਂ, ਜਿਹੜਾ ਭਾਵ ਥੋੜਾ ਜਿਹਾ ਸਮਾਂ, ਤਿਲ ਇੱਕ ਨਿਗਾਹ ਜਿਹਾ ਹੁੰਦਾ ਹੈ, ਤਿਲ ਦਾ ਦਾਣਾ, ਤਿਲ ਦਾ ਬੀਜ, ਜਿਨ੍ਹਾਂ ਤਿਲਾਂ ਵਿੱਚੋਂ ਤੇਲ ਕੱਢਿਆ ਜਾਂਦਾ ਹੈ, ਨਿੱਕਾ ਜਿਹਾ ਤਿਲ ਹੁੰਦਾ ਹੈ। ਮਹਾਰਾਜ ਕਹਿੰਦੇ ਇੱਕ ਪਲ ਜਿੰਨੇ ਸਮੇਂ ਦੇ ਵਿੱਚੋਂ ਤਿਲ ਜਿੰਨਾ ਸਮਾਂ ਜਿਹੜਾ ਹੈ ਨਾ, ਉਹ ਵੀ ਮਿਲਾਪ ਤੋਂ ਬਿਨਾਂ ਰਿਹਾ ਨਹੀਂ ਜਾ ਸਕਦਾ। ਭਾਵ ਉਹ ਦੁੱਖ ਵਾਲਾ ਸਮਾਂ ਹੈ, ਉਹ ਪ੍ਰਭੂ ਪਤੀ ਦੇ ਮਿਲਾਪ ਤੋਂ ਬਿਨਾਂ ਤਿਲ ਪਲ ਰਹਿਣ ਨਾ ਜਾਏ। ਥੋੜਾ ਜਿੰਨਾ ਸਮਾਂ ਵੀ ਰਿਹਾ ਨਹੀਂ ਜਾ ਸਕਦਾ ਹੈ। ਉਹ ਸਮਾਂ ਜਿਹੜਾ ਹੈ, ਉਹ ਥੋੜਾ ਜਿਹਾ ਸਮਾਂ ਵੀ ਬਹੁਤ ਲੰਮਾ ਪ੍ਰਤੀਤ ਹੁੰਦਾ ਹੈ। ਵਾਹਿਗੁਰੂ ਜੀ ਦੇ ਮਿਲਾਪ ਤੋਂ ਬਿਨਾਂ ਉਹ ਦੁੱਖ ਰੂਪੀ ਹੈ, ਉਹ ਵਿਛੋੜੇ ਵਾਲਾ ਹੈ। ਸ਼ਾਂਤੀ ਨਹੀਂ ਆਵੇਗੀ, ਚੈਨ ਨਹੀਂ ਆਵੇਗਾ ਉਸ ਸਮੇਂ ਦੇ ਵਿੱਚ। ਤਿਲ ਪਲ ਰਹਿਣ ਨਾ ਜਾਏ। ਪਲ ਦੇ ਵਿੱਚੋਂ ਤਿਲ ਜਿੰਨਾ ਸਮਾਂ, ਥੋੜਾ ਜਿਹਾ ਸਮਾਂ ਵੀ ਵਾਹਿਗੁਰੂ ਦੇ ਮਿਲਾਪ ਤੋਂ ਬਿਨਾਂ ਰਿਹਾ ਨਹੀਂ ਜਾਂਦਾ ਹੈ। ਅੰਦਰ ਆਸ ਬਣੀ ਹੋਈ ਹੈ ਕਿ ਛੇਤੀ ਤੋਂ ਛੇਤੀ ਮਿਲਾਪ ਹੋਵੇ। ਹਰ ਸਾਧ ਹੈ ਸਰਣਾਗਤੀ। ਫਿਰ ਮਹਾਰਾਜ ਕਹਿੰਦੇ ਮਿਲਾਪ ਵਾਸਤੇ ਕੀ ਕਰਨਾ ਚਾਹੀਦਾ ਹੈ। ਵਿੱਚ ਹੀ ਮਹਾਰਾਜ ਨੇ ਸਵਾਲ ਤੇ ਵਿੱਚ ਹੀ ਜਵਾਬ ਬਖਸ਼ਿਸ਼ ਕੀਤੇ ਆ। ਸਤਿਗੁਰੂ ਕਹਿੰਦੇ ਹਰੀ ਦੇ ਜਿਹੜੇ ਸਾਧ ਹੈ, ਸਾਧੂ ਹਨ ਨਾ, ਉਹਨਾਂ ਦੀ ਸ਼ਰਨ ਵਿੱਚ ਆਉਣਾ ਚਾਹੀਦਾ ਹੈ। ਨਾਨਕ ਆਸ ਪੁਜਾਏ। ਸਾਧ ਸੰਗਤ ਵਿੱਚ ਆ ਕਰਕੇ ਹੀ ਇਹ ਜੀਵ ਇਸਤਰੀ ਦੀ ਪ੍ਰਮਾਤਮਾ ਪਤੀ ਨਾਲ ਮਿਲਾਪ ਕਰਨ ਦੀ ਜਿਹੜੀ ਆਸ ਵਾ, ਉਹ ਪੂਰੀ ਹੋ ਸਕਦੀ ਹੈ। ਸਾਧੂ ਹੀ ਆਸ ਨੂੰ ਪੁਜਾਉਣਗੇ, ਆਸ ਨੂੰ ਪੂਰੀ ਕਰਨਗੇ। ਸੰਤ ਛੇਆਂ ਤੁਕਾਂ ਵਾਲਾ ਸੰਤ ਹੁੰਦਾ ਹੈ। ਮਹਾਰਾਜ ਸਾਹਿਬ ਜੀ ਜਸ ਕਾਵ ਸੰਗੀਤ ਜਿਸ ਵਿੱਚ ਰੱਖਿਆ ਹੈ, ਵਾਹਿਗੁਰੂ ਜੀ ਦਾ ਜਸ ਉਚਾਰਨ ਕਰਦੇ ਹਨ, ਰੁੱਤਾਂ ਦਾ ਕਥਨ ਕਰਦਿਆਂ ਹੋਇਆਂ। ਰੁੱਤ ਸਰਦ ਅਡੰਬਰੋ। ਗਰੀਬ ਨਵਾਜ ਕਹਿੰਦੇ ਸਰਦੀ ਦੀ ਰੁੱਤ ਦਾ ਅਡੰਬਰੋ ਉਦਮ ਹੋਇਆ ਹੈ, ਅਡੰਬਰੋ ਆਰੰਭ ਹੋਇਆ ਹੈ। ਮਹਾਂਪੁਰਖਾਂ ਨੇ ਉਦਮ ਵੀ ਕੀਤਾ ਅਰਥ ਤੇ ਆਰੰਭ ਵੀ ਕੀਤਾ ਹੈ ਕਿ ਸਰਦੀ ਦੀ ਰੁੱਤ ਦਾ ਅਡੰਬਰੋ ਕਹੀਏ, ਇਹ ਅਡੰਬਰ ਬਣਿਆ ਹੈ। ਤੇ ਅਡੰਬਰ ਇੱਕ ਤੰਬੂ ਨੂੰ ਵੀ ਕਹਿੰਦੇ ਹਨ। ਸੋ ਇਹ ਸਰਦੀ ਦੀ ਰੁੱਤ ਦਾ ਜਾਣੋ ਕਿ ਇੱਕ ਤੰਬੂ ਤੜਿਆ ਹੋਇਆ ਹੈ ਵਾਹਿਗੁਰੂ ਪਰਮੇਸ਼ਰ ਜੀ ਨੇ। ਇਹ ਐਸਾ ਅਡੰਬਰ ਬਣਿਆ ਹੋਇਆ, ਐਸਾ ਇਹ ਬਣਾਵਟ ਬਣੀ ਹੋਈ ਹੈ। ਸੋ ਇਹ ਆਕਾਸ਼ ਰੂਪੀ ਜਿਹੜਾ ਚੰਦੋਆ ਤਣਿਆ ਹੈ ਇਹ ਸਰਦੀ ਦੀ ਰੁੱਤ ਦੇ ਵਿੱਚ। ਤੇ ਜਿਹੜੇ ਤਾਰੇ ਹਨ ਚੜੇ ਹੋਏ ਪ੍ਰਕਾਸ਼ ਕਰਦੇ ਰਾਤ ਦੇ ਮੌਕੇ ਤੇ, ਉਹ ਚਮਕਦੇ ਹੋਏ ਦਿਸਦੇ ਹਨ ਸਰਦੀ ਦੀ ਰੁੱਤ ਵਿੱਚ। ਇਹ ਜਾਣੋ ਬਲੌਰ ਲੱਗੇ ਹੋਏ ਹਨ ਆਕਾਸ਼ ਰੂਪੀ ਚੰਦੋਏ, ਕਿ ਚੰਦ ਤੇ ਸੂਰਜ ਸਰਦੀ ਦੀ ਰੁੱਤ ਦੇ ਵਿੱਚ ਇਹ ਛੱਪੇ ਲੱਗੇ ਹੋਏ ਹਨ ਉਸ ਚੰਦੋਏ ਦੇ ਹੇਠਾਂ। ਐਸਾ ਹੀ ਰੁੱਤ ਸਰਦ ਅਡੰਬਰੋ।
ਇਹ ਜਿਹੜੀ ਸਰਦੀ ਦੀ ਰੁੱਤ ਦਾ ਆਰੰਭ ਹੋਇਆ ਹੈ, ਐਸਾ ਤੰਬੂ ਤਣਿਆ ਹੋਇਆ ਹੈ। ਅਸੂ ਕਤਕੇ ਹਰ ਪਿਆਸ ਜੀਓ। ਸਰਦੀ ਦੀ ਰੁੱਤ ਕਿਹੜੀ ਹੈ? ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਅਸੂ ਕੱਤਕੇ। ਅਸੂ ਤੇ ਕੱਤਕ ਦਾ ਮਹੀਨਾ, ਇਹ ਦੋਵਾਂ ਮਹੀਨਿਆਂ ਦੀ ਜਿਹੜੀ ਰੁੱਤ ਹੈ ਇਹ ਸਰਦੀ ਦੀ ਰੁੱਤ ਹੈ। ਹਰ ਪਿਆਸ ਜੀਓ। ਤੇ ਇਸ ਰੁੱਤ ਵਿੱਚ ਜਿਨ੍ਹਾਂ ਨੂੰ ਹਰੀ ਪਰਮੇਸ਼ਰ ਦੇ ਮਿਲਾਪ ਦੀ ਤੇਹ ਲੱਗੀ ਹੈ ਨਾ, ਉਹਨਾਂ ਦੀ ਇਹ ਰੁੱਤ ਸਫਲੀ ਹੈ। ਰੁੱਤਾਂ ਸਾਰੀਆਂ ਆਉਂਦੀਆਂ ਹਨ, ਸਮੇਂ ਸਮੇਂ ਨਾਲ ਸਾਧ ਸੰਗਤ ਜੀ ਗੁਜ਼ਰ ਜਾਂਦੀਆਂ, ਲੰਘ ਜਾਂਦੀਆਂ, ਪਰ ਉਹੀ ਸਮਾਂ ਸਫਲਾ ਹੈ ਜਿਸ ਸਮੇਂ ਦੇ ਵਿੱਚ ਸਾਡੇ ਅੰਦਰ ਵਾਹਿਗੁਰੂ ਜੀ ਦੇ ਮਿਲਾਪ ਦੀ ਪਿਆਸ ਪੈਦਾ ਹੋ ਜਾਵੇ। ਸਾਈ ਘੜੀ ਸੁਲੱਖਣੀ ਸਹੁ ਨਾਲ ਵਿਹਾਵੇ। ਉਮਰ ਸੋਈ ਵਿੱਚ ਲੇਖੇ ਦੇ ਜੋ ਯਾਦ ਸਾਈਂ ਵਿੱਚ ਗੁਜਰੇ, ਪੈਂਦੇ ਮੁਜਰੇ ਭਾਈ ਸਾਹਿਬ ਭਾਈ ਨੰਦ ਲਾਲ ਜੀ। ਉਹ ਉਮਰ ਦਾ ਹਿੱਸਾ ਲੇਖੇ ਵਿੱਚ ਹੈ ਜੋ ਮਾਲਕ ਦੀ ਯਾਦ ਵਿੱਚ ਗੁਜਰੇ। ਅਸੂ ਤੇ ਕੱਤਕ ਦਾ ਇਹ ਮਹੀਨਾ, ਇਹ ਸਰਦੀ ਦੀ ਰੁੱਤ ਉਹਨਾਂ ਦੀ ਸਫਲੀ ਹੈ ਜਿਨ੍ਹਾਂ ਦੇ ਅੰਦਰ ਹਰ ਪਿਆਸ ਜੀਓ, ਜਿਨ੍ਹਾਂ ਜੀਵਾਂ ਨੂੰ ਵਾਹਿਗੁਰੂ ਜੀ ਦੇ ਮਿਲਾਪ ਦੀ ਪਿਆਸ ਲੱਗੀ ਹੋਈ ਹੈ। ਜਿਵੇਂ ਮਹਾਰਾਜ ਸਾਹਿਬ ਜੀ ਨੇ ਅਚੇਤ ਮਹੀਨੇ ਵਿੱਚ ਵੀ ਫਰਮਾਇਆ, ਹਰ ਚੇਤ, ਗਰੀਬ ਨਵਾਜ ਸਾਹਿਬ ਕਹਿੰਦੇ ਚੇਤ ਦਾ ਮਹੀਨਾ ਗੋਬਿੰਦ ਦੀ ਅਰਾਧਨਾ ਵਾਸਤੇ। ਚੇਤ ਗੋਬਿੰਦ ਅਰਾਧਿਆ ਹੋਵੇ ਆਨੰਦ ਘਣਾ, ਸੰਤ ਜਨਾ ਮਿਲ ਪਾਈਐ ਰਸਨਾ ਨਾਮ ਭਣਾ। ਤੇ ਅਖੀਰ ਦੇ ਵਿੱਚ ਮਹਾਰਾਜ ਸਾਹਿਬ ਨੇ ਇਸ ਮਹੀਨੇ ਵਿੱਚ ਫਰਮਾਇਆ ਕਿ ਸਾਡੇ ਅੰਦਰ ਲੋਚਾ ਲੱਗੀ ਹੋਈ ਹੈ, ਪਿਆਸ ਬਣੀ ਹੋਈ ਹੈ। ਹਰ ਦਰਸ਼ਨ ਕਉ ਮਨ ਲੋਚਦਾ, ਨਾਨਕ ਪਿਆਸ ਮਨਾ। ਚੇਤ ਮਿਲਾਏ ਸੋ ਪ੍ਰਭੂ, ਤਿਸ ਕੈ ਪਾਏ ਲੱਗਾ। ਮਨ ਵਿੱਚ ਪਿਆਸ ਲੱਗੀ ਹੋਈ ਹੈ, ਪ੍ਰਭੂ ਦੇ ਦਰਸ਼ਨਾਂ ਦੀ ਪਿਆਸ। ਜਿਨ੍ਹਾਂ ਨੂੰ ਲੱਗ ਜਾਵੇ ਉਹਨਾਂ ਦੀ ਅਸੂ ਤੇ ਕੱਤਕ ਵਾਲੀ ਇਹ ਸਰਦੀ ਦੀ ਰੁੱਤ ਸਫਲੀ ਹੈ। ਅਥਵਾ ਇਹ ਜਿਹੜੀ ਸਰਦੀ ਦੀ ਰੁੱਤ ਹੈ, ਇਸ ਦੇ ਵਿੱਚ ਅਸੂ ਜੋ ਸਾਰੇ ਪਾਸਿਓਂ ਵਾਹਿਗੁਰੂ ਪਰਮੇਸ਼ਰ ਦਾ ਨਾਮ ਸੁਣਨਾ ਹੈ, ਆ ਸਰਬੋਰ ਤੇ ਜਿਹੜਾ ਨਾਮ ਸੁਣਨਾ ਹੈ, ਤੇ ਇਹ ਜੀਵ ਨੇ ਜੋ ਕਰਮਾਂ ਨੂੰ ਕੱਤ ਕੇ ਕੱਤਣਾ ਹੈ, ਭਾਵ ਸ੍ਰੇਸ਼ਟ ਕਰਮ ਕਰਨੇ ਤੇ ਵਾਹਿਗੁਰੂ ਜੀ ਦਾ ਨਾਮ ਸੁਣਨਾ ਹੈ, ਤੇ ਨਾਮ ਸੁਣ ਕਰਕੇ ਜੋ ਪ੍ਰਭੂ ਦੀ ਪਿਆਸ ਅੰਦਰ ਪੈਦਾ ਹੋਣੀ ਹੈ। ਇਹ ਮਹਾਰਾਜ ਕਹਿੰਦੇ ਅਸੀਂ ਸਰਦੀ ਦੀ ਰੁੱਤ ਬਣ ਰਹੀ ਹੈ। ਹੋ ਜੰਤੀ ਦਰਸ਼ਨ ਫਿਰਤ। ਜੀਵ ਇਸਤਰੀ ਇਹ ਜਗਿਆਸੂ ਖੋਜਦੀ ਫਿਰਦੀ ਹੈ ਪ੍ਰਭੂ ਦੇ ਦਰਸ਼ਨਾਂ, ਫਿਰਦੀ ਹੋਈ ਸਭ ਥਾਵਾਂ ਤੇ ਪ੍ਰਭੂ ਦੇ ਦਰਸ਼ਨਾਂ ਦੀ ਪਿਆਸੀ ਹੈ। ਕਬ ਮਿਲੀਐ ਗੁਣ ਦਾਸ ਜੀਓ। ਤੇ ਐਸੀ ਭਾਵਨਾ ਬਣੀ ਹੋਈ ਹੈ ਅੰਦਰ ਕਿ ਕਦੋਂ ਮਿਲਿਆ ਜਾਵੇਗਾ। ਜੋ ਗੁਣਾਂ ਦਾ ਤਾਸ, ਗੁਣਾਂ ਦਾ ਖਜ਼ਾਨਾ, ਗੁਣਾਂ ਦਾ ਪਾਤਰ ਪਰਮੇਸ਼ਰ ਹੈ, ਉਹ ਗੁਣਾ ਨਿਧਾਨ ਦੇ ਨਾਲ, ਗੁਣੀ ਨਿਧਾਨ ਦੇ ਨਾਲ, ਗੁਣਾਂ ਦੇ ਖਜ਼ਾਨੇ ਦੇ ਨਾਲ ਕਦੋਂ ਮਿਲਾਪ ਹੋਵੇਗਾ। ਬਿਨ ਕੰਤ ਪਿਆਰੇ ਨਹਿ ਸੂਖ ਸਾਰੇ। ਜੀਵ ਇਸਤਰੀ ਬੇਨਤੀ ਕਰਦੀ ਹੈ ਕਿ ਜਿੰਨਾ ਚਿਰ ਪਿਆਰੇ ਕੰਤ, ਪਿਆਰੇ ਪਤੀ ਪਰਮੇਸ਼ਰ ਦੇ ਨਾਲ ਮਿਲਾਪ ਨਹੀਂ ਹੁੰਦਾ, ਉਹਦੇ ਤੋਂ ਬਿਨਾ ਨਹਿ ਸੂਖ ਸਾਰੇ, ਸਾਰੇ ਸੁੱਖ ਨਹੀਂ ਪ੍ਰਾਪਤ ਹੋ ਸਕਦੇ। ਭਾਵੇਂ ਪਦਾਰਥ ਸਾਰੇ ਪ੍ਰਾਪਤ ਹਨ, ਪਰ ਪਦਾਰਥਾਂ ਦਾ ਮਾਲਕ ਨਹੀਂ ਪ੍ਰਾਪਤ, ਉਹ ਕੰਤ ਨਹੀਂ ਪ੍ਰਾਪਤ, ਪ੍ਰਭੂ ਪਤੀ ਦਾ ਮਿਲਾਪ ਨਹੀਂ ਹਾਸਲ ਹੋਇਆ। ਉਹ ਪਤੀ ਤੋਂ ਬਿਨਾ ਇਹ ਸਾਰੇ ਸੁੱਖ ਜਿਹੜੇ ਹਨ ਇਹ ਦੁੱਖ ਰੂਪੀ ਹੈ। ਸੁੱਖ ਨਹੀਂ, ਸਾਰ ਸੁੱਖ ਜਿਹੜਾ ਹੈ ਆਤਮਿਕ ਸੁੱਖ ਨਹੀਂ ਪ੍ਰਾਪਤ ਹੋ ਸਕਦਾ। ਹਾਰ ਕੰਗਣ ਤ੍ਰਿਗ ਬਨਾ। ਜਿਵੇਂ ਇਸਤਰੀ ਨੇ ਹਾਰ ਪਾਇਆ ਹੋਵੇ, ਕੰਗਣ ਵੀ ਪਾਏ ਹੋਣ, ਹੋਰ ਵੀ ਸੁਲਬਾਸ ਜਿਹੜਾ ਉਹ ਸੋਹਣਾ ਬਣਾਇਆ ਹੋਵੇ, ਪਰ ਜੇ ਪਤੀ ਨਹੀਂ ਘਰ ਵਿੱਚ ਆਇਆ ਤੇ ਹਾਰ ਪਾਇਆ ਹੋਇਆ ਨਿਸਫਲ ਹੈ, ਕੰਗਣ ਪਾਏ ਹੋਏ ਨਿਸਫਲ ਹਨ, ਹੋਰ ਬਾਣੇ ਵਸਤਰ ਪਾਏ ਹੋਏ ਨਿਸਫਲ, ਉਹ ਧ੍ਰਿਗ ਬਣ ਗਏ ਸਾਰੇ।
ਇਸੇ ਤਰ੍ਹਾਂ ਪ੍ਰਮਾਤਮਾ ਪਤੀ ਹਿਰਦੇ ਘਰ ਵਿੱਚ ਨਹੀਂ ਆਇਆ। ਉਹ ਪਿਆਰੇ ਕੰਤ ਪਤੀ ਤੋਂ ਬਿਨਾ ਜਿਹੜਾ ਹਰ ਹਰ ਕਰਨਾ ਹਾਰ ਪਾਇਆ ਹੈ, ਤੇ ਕੰਗਣ ਜੋ ਇਸੇ ਪ੍ਰਕਾਰ ਹੋਰ ਸਾਧਨ ਕੀਤੇ ਹਨ ਤੇ ਬਾਣੇ ਪਹਿਨੇ ਹੋਏ ਹਨ ਧਾਰਮਿਕ, ਉਹ ਸਾਰੇ ਹੀ ਤ੍ਰਿਕਾਰ ਯੋਗ ਬਣ ਗਏ। ਉਹ ਸਾਰੇ ਹੀ ਤ੍ਰਿਕਾਰ ਯੋਗ ਬਣ ਗਏ। ਹਰ ਹਰ ਕਰਨਾ ਹਾਰ ਤੇ ਕਰਤਾ ਕਰਤਾ ਕਰਨਾ ਕੰਗਣ, ਤੇ ਇਸੇ ਤਰ੍ਹਾਂ ਜਿਹੜੇ ਬਾਣੇ ਪਹਿਨੇ ਹੋਏ ਹਨ ਧਾਰਮਿਕ ਵੱਖ ਵੱਖ ਤਰ੍ਹਾਂ ਦੇ, ਇਹ ਸਾਰੇ ਤ੍ਰਿਕਾਰ ਯੋਗ ਹੋ ਗਏ। ਕਿਉਂਕਿ ਜਿਸ ਦੀ ਖੁਸ਼ੀ ਵਾਸਤੇ, ਜਿਸ ਦੀ ਪ੍ਰਾਪਤੀ ਵਾਸਤੇ ਪਾਏ ਸੀ, ਉਹ ਆਇਆ ਹੀ ਨਹੀਂ ਘਰ ਦੇ ਵਿੱਚ। ਪਤੀ ਆਇਆ ਹੀ ਨਹੀਂ ਘਰ ਵਿੱਚ। ਜੇ ਪਤੀ ਨਹੀਂ ਆਇਆ ਤੇ ਇਸਤਰੀ ਦਾ ਹਾਰ ਸ਼ਿੰਗਾਰ ਨਿਸਫਲ ਹੈ। ਪਤੀ ਦੇ ਮਿਲਾਪ ਕਰਕੇ ਹਾਰ ਸ਼ਿੰਗਾਰ ਜਿਹੜਾ ਉਹ ਸਫਲਾ ਹੈ। ਬਾਕੀ ਜਿੰਨੇ ਵੀ ਸਾਧਨ ਹਨ ਇਹ ਤਾਂ ਹਾਰ ਸ਼ਿੰਗਾਰ ਹੀ ਹੈ ਨਾ। ਪ੍ਰਭੂ ਪਰਮਾਤਮਾ ਦੇ ਮਿਲਾਪ ਵਾਸਤੇ, ਉਹਦੇ ਨਾਲ ਮਿਲਣ ਵਾਸਤੇ ਧਰਮ ਦੇ ਜਿੰਨੇ ਕੰਮ ਕੀਤੇ ਜਾਂਦੇ ਹਨ, ਧਾਰਮਿਕ ਬਾਣਾ ਹੈ, ਧਾਰਮਿਕ ਸਾਧਨ ਹਨ, ਉਹ ਜਿੰਨੇ ਵੀ ਆ ਉਹ ਤਾਂ ਹਾਰ ਸ਼ਿੰਗਾਰ, ਹਾਰ ਵਾ ਕੰਗਣ ਪਹਿਨੇ ਹੋਏ ਬਾਣੇ ਮਾਰੇ। ਕਹਿੰਦੇ ਉਹ ਤ੍ਰਿਕਾਰ ਯੋਗ ਹੋ ਜਾਂਦੇ, ਲਾਹਣਤ ਯੋਗ ਹੋ ਜਾਂਦੇ ਹਨ ਜੇ ਪ੍ਰਮਾਤਮਾ ਪਤੀ ਨਾਲ ਮਿਲਾਪ ਹੋਵੇ। ਸੁੰਦਰ ਸੁਜਾਨ ਚਤੁਰ ਬੇਤੀ। ਭਾਵੇਂ ਇਹ ਇਸਤਰੀ ਸੁੰਦਰ ਹੈ, ਸੁਜਾਨ ਹੈ, ਸਿਆਣੀ ਹੈ, ਚਤੁਰ ਵੀ ਹੈ, ਤੇ ਇਸੇ ਤਰ੍ਹਾਂ ਇਹ ਸ਼ਾਸਤਰਾਂ ਨੂੰ ਜਾਣਨ ਵਾਲੀ ਵੀ ਹੈ। ਸਾਸ ਬਿਨ ਜੈਸੇ ਤਨਾ। ਪਰ ਇੰਨੇ ਗੁਣ ਹੁੰਦੇ ਆ, ਜੇ ਫਿਰ ਵੀ ਇਸਤਰੀ ਨੂੰ ਪਤੀ ਨਹੀਂ ਨਾ ਮਿਲਿਆ ਤੇ ਉਹਦੀ ਹਾਲਤ ਇਹ ਹੈ ਜਿਵੇਂ ਸਵਾਸਾਂ ਤੋਂ ਬਿਨਾਂ ਸਰੀਰ ਹੁੰਦਾ। ਹੁਣ ਸਵਾਸਾਂ ਤੋਂ ਬਿਨਾਂ ਸਰੀਰ ਤਾਂ ਮੁਰਦਾ ਹੀ ਰਹਿਣਾ, ਫਿਰ ਮੁਰਦਾ ਸਰੀਰ ਨਿਸਫਲ ਹੈ। ਇਸੇ ਤਰ੍ਹਾਂ ਇਹ ਜੀਵ ਇਸਤਰੀ ਭਾਵੇਂ ਅੱਤ ਦੀ ਸੁੰਦਰ ਹੈ, ਸੁਜਾਨ ਹੈ, ਚਤੁਰ ਹੈ, ਸ਼ਾਸਤਰਾਂ ਨੂੰ ਜਾਣਨ ਵਾਲੀ ਹੈ, ਤੇ ਉਹ ਪਰਮੇਸ਼ਰ ਵਾਹਿਗੁਰੂ ਸਵਾਸਾਂ ਦੀ ਤਰ੍ਹਾਂ ਹੈ। ਜੇ ਪ੍ਰਮਾਤਮਾ ਪਤੀ ਉਹ ਸਵਾਸਾਂ ਰੂਪੀ ਨਹੀਂ ਮਿਲਿਆ ਹੈ ਤੇ ਉਹਦੇ ਮਿਲਾਪ ਤੋਂ ਬਿਨਾਂ ਇਹ ਨਿਸਬਲ ਇਸ ਤਰ੍ਹਾਂ ਜਿਵੇਂ ਸਵਾਸਾਂ ਤੋਂ ਬਿਨਾਂ ਸਰੀਰ ਹੈ। ਸਰੀਰ ਫਿਰ ਮੁਰਦਾ ਹੈ। ਫਿਰ ਇਹ ਜੀਵ ਮੁਰਦੇ ਦੇ ਤੁੱਲ ਹੈ, ਭਾਵੇਂ ਬਾਕੀ ਸਾਰੇ ਗੁਣ ਇਹਦੇ ਵਿੱਚ ਹੋਣ। ਗੁਰੂ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਕੈਸੀ ਤਰਤੀਬ ਹੈ ਸਾਧ ਸੰਗਤ ਜੀ। ਇੱਥੇ ਜੋ ਇਹ ਸ਼ਬਦ ਆਏ ਨਾ, ਸੁੰਦਰ, ਸੁਜਾਨ, ਚਤੁਰ, ਬੇਤੀ, ਇਹ ਇਸਤਰੀ ਲਿੰਗ ਦੇ ਵਿੱਚ ਆਏ ਹਨ ਸਾਰੇ। ਸੁੰਦਰ ਦੇ ਰਾਰੇ ਨੂੰ ਸਿਹਾਰੀ ਲੱਗੀ ਹੋਈ ਹੈ, ਸੁਜਾਨ ਨਾਣੇ ਨੂੰ ਸਿਹਾਰੀ ਲੱਗੀ ਹੋਈ ਹੈ, ਚਤੁਰ ਫੇਰ ਇੱਥੇ ਰਾਰੇ ਨੂੰ ਸਿਹਾਰੀ ਲੱਗੀ ਹੋਈ ਹੈ। ਜਿੱਥੇ ਪੁਰਸ਼ਵਾਚਕ ਆਉਣ ਉੱਥੇ ਇਸ ਤਰ੍ਹਾਂ ਇਹ ਸਿਹਾਰੀਆਂ ਨਹੀਂ ਆਉਣਗੀਆਂ, ਉੱਥੇ ਔਂਕੜ ਆਉਂਦਾ ਹੈ। ਤੋ ਇੱਥੇ ਮਹਾਰਾਜ ਸਾਹਿਬ ਜੀ ਨੇ ਜਿਹੜੀ ਇਹ ਸਿਹਾਰੀ ਲਾਈ ਨਾ, ਇਹਦਾ ਮਹਾਂਪੁਰਖਾਂ ਨੇ ਦੱਸਿਆ ਕਿ ਜਿਵੇਂ ਸੁੰਦਰ ਦੇ ਰਾਰੇ ਨੂੰ ਸਿਹਾਰੀ ਲੱਗੀ ਹੋਈ ਹੈ, ਇਹ ਇਸਤਰੀ ਅਰਥਾਂ ਦੇ ਵਿੱਚ ਮਹਾਰਾਜ ਨੇ ਲਾਈ ਹੈ। ਕਿਉਂਕਿ ਜੀਵ ਇਸਤਰੀ ਦਾ ਇੱਥੇ ਕਥਨ ਕੀਤਾ ਹੈ ਵੀ ਅਰਥਾਂ ਵਾਸਤੇ ਸੁੰਦਰ ਦਾ ਬਣ ਜਾਵੇਗਾ ਸੁੰਦਰੀ, ਤੇ ਸੁਜਾਨ ਇੱਥੇ ਨਾੜੀ ਨੂੰ ਸਿਹਾਰੀ ਹੈ, ਤੇ ਚਤੁਰ ਦੇ ਵੀ ਰਾਰੇ ਨੂੰ ਸਿਹਾਰੀ ਹੈ। ਇਹ ਭਾਵ ਵੀ ਜੀਵ ਇਸਤਰੀ ਭਾਵੇਂ ਬਹੁਤੀ ਸੁੰਦਰੀ ਹੈ, ਸੁੰਦਰ ਹੈ, ਤੇ ਫਿਰ ਸੁਜਾਨ ਹੈ, ਜਾਣਨ ਵਾਲੀ ਹੈ, ਤੇ ਬਹੁਤੀ ਚੁਸਤ ਚਲਾਕ ਹੈ, ਬੇਤੀ, ਸ਼ਾਸਤਰਾਂ ਨੂੰ ਵੀ ਸਮਝਣ ਵਾਲੀ ਹੈ। ਇਹ ਜੀਵ ਦੀ ਗੱਲ ਹੈ, ਇਕੱਲੀ ਇਸਤਰੀ ਦੀ ਨਹੀਂ। ਮਨੁੱਖ ਨੂੰ ਇਸਤਰੀ, ਇੱਥੇ ਮਰਦ ਨੂੰ ਵੀ ਇਸਤਰੀ ਆਖਿਆ ਵੀ ਇੰਨੇ ਗੁਣ ਭਾਵੇਂ ਇਹਦੇ ਵਿੱਚ ਹੋਣ, ਸਾਰੇ ਗੁਣ ਹੋਣ, ਪਰ ਜੇ ਪ੍ਰਮਾਤਮਾ ਪਤੀ ਦਾ ਮਿਲਾਪ ਹਾਸਲ ਨਹੀਂ ਤੇ ਫਿਰ ਸਭ ਕੁਝ ਨਿਸਫਲ ਹੈ। ਫਿਰ ਜਿਵੇਂ ਇਸ ਤਰ੍ਹਾਂ ਵਾ ਜਿਵੇਂ ਸਵਾਸਾਂ ਤੋਂ ਬਿਨਾਂ ਸਰੀਰ ਮੁਰਦਾ ਹੈ। ਜਿਵੇਂ ਮਹਾਰਾਜ ਪੰਜਵੇਂ ਪਾਤਸ਼ਾਹ ਨੇ 52 ਅੱਖਰੀ 'ਚ ਵੀ ਫਰਮਾਇਆ, ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ। ਅੱਤ ਦਾ ਸੁੰਦਰ ਵੀ ਹੋਵੇ, ਚਤੁਰ ਵੀ ਹੋਵੇ, ਮੁਖ ਤੋਂ ਗਿਆਨ ਵੀ ਕਥਨ ਕਰ ਲੈਂਦਾ ਹੋਵੇ, ਧਨ ਵੀ ਬਹੁਤ ਹੋਵੇ, ਧਨਵੰਤ। ਮਿਰਤਕ ਕਹੀਐ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਜੇ ਭਗਵੰਤ ਨਾਲ ਪ੍ਰੀਤ ਨਹੀਂ, ਪ੍ਰਭੂ ਦਾ ਮਿਲਾਪ ਹਾਸਲ ਨਹੀਂ ਹੋਇਆ ਤੇ ਫਿਰ ਇਹ ਮੁਰਦਾ ਹੈ। ਈਤ ਉਤ ਸਹਦਸ ਅਲੋਕਨ। ਇਹ ਜੀਵ ਇਸਤਰੀ ਨੇ ਈਤ ਇੱਥੇ ਤੇ ਉਤ ਉੱਥੇ,
ਸਭ ਥਾਵਾਂ ਤੇ ਦਸਾਂ ਦਿਸ਼ਾਵਾਂ ਦੇ ਵਿੱਚ ਅਲੋਕਣ ਵੇਖਣਾ ਕੀਤਾ ਹੈ। ਮਨ ਮਿਲਨ ਕੀ ਪ੍ਰਭ ਪਿਆਸ ਜੀਓ। ਇਹ ਸਭ ਪਾਸੇ ਭਰਮਣ ਕੀਤਾ ਹੈ, ਵਿਚਰਨਾ ਕੀਤਾ ਹੈ, ਪਰ ਮਨ ਦੇ ਵਿੱਚ ਪ੍ਰਭੂ ਦੇ ਮਿਲਣ ਦੀ ਪਿਆਸ ਹੀ ਲੱਗੀ ਹੋਈ ਹੈ। ਕਿਸੇ ਥਾਂ ਤੇ ਜਾ ਕੇ ਵੀ ਉਹ ਪਿਆਸ ਨਹੀਂ ਬੁਝੀ ਹੈ। ਉਹ ਪਿਆਸ ਲੱਗੀ ਰਹੀ ਹੈ, ਬਣੀ ਰਹੀ ਹੈ। ਮਨ ਮਿਲਣ ਕੀ, ਮਨ ਵਿੱਚ ਮਿਲਣ ਦੀ, ਪ੍ਰਭੂ ਨਾਲ ਮਿਲਣ ਦੀ ਪਿਆਸ ਬਣੀ ਹੀ ਰਹੀ ਹੈ ਦਸਾਂ ਦਿਸ਼ਾਵਾਂ ਦੇ ਵਿੱਚ ਵਿਚਰ ਕਰਕੇ। ਤਾਂ ਹੀ ਫਿਰ ਬੇਨਤੀ ਕੀਤੀ ਨਾ, ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸਰਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਮਹਾਰਾਜ ਮੈਂ ਫਿਰਦਾ ਫਿਰਦਾ ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮਿਲਹੁ ਰਾਮ, ਚਾਰ ਕੁੰਟ ਦਹਿ ਦਿਸ ਭ੍ਰਮੇ, ਥੱਕ ਆਏ ਪ੍ਰਭ ਕੀ ਸਾਂ। ਮਹਾਰਾਜ ਚੌਹਾਂ ਕੁੰਟਾਂ ਵਿੱਚ ਦਸਾਂ ਦਿਸ਼ਾਵਾਂ ਵਿੱਚ ਭਰਮਣ ਕਰਦੇ ਕਰਦੇ ਥੱਕ ਗਏ। ਆਪ ਜੀ ਦੀ ਸ਼ਰਨ ਵਿੱਚ ਆਏ। ਧੇਣ ਦੁੱਧੈ ਤੇ ਬਾਹਰੀ, ਕਿਤੇ ਨਾ ਆਵੈ ਕਾਮ, ਜਲ ਬਿਨ ਸਾਖ ਕੁਮਲਾਵਤੀ, ਉਪਜੈ ਨਾਹੀ ਦਾਮ। ਹਰ ਨਾਹ ਨਾ ਮਿਲੀਐ ਸਾਜਨੈ, ਹਰੀਪਤੀ ਜੇ ਆਪ ਜੀ ਨਾ ਮਿਲੋ ਕਤ ਪਾਈਐ ਵਿਸਰਾਮ। ਫਿਰ ਕਿੱਥੇ ਵਿਸਰਾਮ, ਸਥਿਤੀ, ਟਿਕਾ, ਆਰਾਮ ਕਿਵੇਂ ਮਿਲ ਸਕਦਾ? ਫਿਰ ਤਾਂ ਭੱਜ ਦੌੜ ਬਣੀ ਰਹੇਗੀ, ਸ਼ਾਂਤੀ ਨਹੀਂ ਆ ਸਕਦੀ। ਜਿਤ ਘਰ ਹਰ ਕੰਤ ਨਾ ਪ੍ਰਗਟਈ, ਭੱਠ ਨਗਰ ਸੇ ਗ੍ਰਾਮ। ਸਰਬ ਸਿੰਗਾਰ ਤਮੋਲ ਰਸ, ਸਣ ਦੇ ਹੀ ਸਭ ਖਾਮ। ਸਾਰੇ ਸ਼ਿੰਗਾਰ ਕੀਤੇ ਹੋਏ ਕਚਿਆਈ ਵਾਲੇ ਹਨ, ਨਿਸਫਲ ਹਨ। ਪ੍ਰਭ ਸੁਆਮੀ ਕੰਤ ਵੀ ਹੋਣੀਆਂ, ਮੀਤ ਸੱਜਣ ਸਭ ਜਾਮ। ਨਾਨਕ ਕੀ ਬੇਨੰਤੀਆ, ਕਰ ਕਿਰਪਾ ਦੀਜੈ ਨਾਮ। ਹਰ ਮੇਲਹੁ ਸੁਆਮੀ ਸੰਗ ਪ੍ਰਭ, ਜਿਸ ਕਾ ਨਿਸ਼ਚਲ ਧਾਮ। ਦਸਾਂ ਦਿਸ਼ਾਵਾਂ ਵਿੱਚ ਵੇਖਣਾ ਕੀਤਾ ਹੈ, ਪਰ ਮਨ ਵਿੱਚ ਪ੍ਰਭੂ ਦੇ ਮਿਲਾਪ ਦੀ ਪਿਆਸ ਹੀ ਬਣੀ ਹੋਈ ਹੈ। ਬਿਨਵੰਤ ਨਾਨਕ ਧਾਰ ਕਿਰਪਾ। ਬੇਨਤੀ ਪੂਰਵਕ ਕਥਨ ਕਰਦੇ ਹਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਿ ਪ੍ਰਮਾਤਮਾ ਪਤੀ ਨੇ ਆਪ ਕਿਰਪਾ ਧਾਰ ਕੇ, ਭਾਵ ਕਿਰਪਾ ਕਰਕੇ, ਮਿਲਹੁ ਪ੍ਰਭ ਗੁਣਤਾਸ ਜੀਓ। ਉਹ ਪ੍ਰਭੂ ਨੇ ਕਿਰਪਾ ਕਰਕੇ ਆਪਣੇ ਨਾਲ ਮੇਲ ਲੈਣਾ ਕੀਤਾ ਹੈ। ਸਤਿਗੁਰੂ ਕਹਿੰਦੇ ਵਾਹਿਗੁਰੂ ਅੱਗੇ ਇਸ ਤਰ੍ਹਾਂ ਬੇਨਤੀ ਕਰਨੀ ਚਾਹੀਦੀ ਹੈ ਸਾਨੂੰ ਕਿ ਹੇ ਪ੍ਰਭੂ ਜੀ, ਸਾਡੀ ਤਾਂ ਬੇਨਤੀ ਹੈ, ਧਾਰ ਕਿਰਪਾ, ਸਾਡੇ ਤੇ ਆਪ ਕਿਰਪਾ ਕਰੋ ਤੇ ਕਿਰਪਾ ਕਰਕੇ ਮਿਲਹੁ ਪ੍ਰਭ ਗੁਣਤਾਸ ਜੀ। ਪ੍ਰਭੂ ਜੀ ਆਪ ਗੁਣਾਂ ਦੇ ਖਜ਼ਾਨੇ ਹੋ ਤੇ ਪ੍ਰਭੂ ਪਤੀ ਜੀ ਆਪਣੇ ਨਾਲ ਤੁਸੀਂ ਆਪ ਹੀ ਕਿਰਪਾ ਕਰਕੇ ਮੇਲ ਲਓ। ਆਪ ਜੀ ਦੇ ਚਰਨਾਂ 'ਚ ਸਾਡੀ ਅਰਜ਼ ਹੈ, ਬੇਨਤੀ ਹੈ, ਅਸੀਂ ਆਪਣੇ ਯਤਨਾਂ ਨਾਲ ਨਹੀਂ ਮਿਲ ਸਕਦੇ। ਆਪ ਤੁਸੀਂ ਕਿਰਪਾ ਕਰੋਗੇ ਤੇ ਫੇਰ ਹੀ ਆਪ ਜੀ ਦਾ ਸਿਮਰਨ ਕਰ ਸਕਦੇ ਹਾਂ, ਫੇਰ ਹੀ ਆਪ ਜੀ ਦੇ ਨਾਲ ਮਿਲ ਸਕਦੇ ਹਾਂ। ਮੇਲ ਲਹਿਓ ਦਇਆਲ, ਟਹਿ ਪਏ ਦੁਆਰਿਆ। ਰੱਖ ਲੈ ਬਹੁ ਦੀਨ ਦਇਆਲ, ਭ੍ਰਮਤ ਬਹੁ ਹਾਰਿਆ। ਭਰਮ ਦੇ ਭਟਕਦੇ ਹਾਰ ਗਏ ਆ, ਥੱਕ ਗਏ ਆ। ਹੇ ਪ੍ਰਭੂ ਪਤੀ ਜੀ, ਹੁਣ ਕਿਰਪਾ ਕਰਕੇ, ਤਰਸ ਕਰਕੇ ਆਪਣੇ ਨਾਲ ਆਪ ਮੇਲ ਲਓ। ਸਤਿਗੁਰੂ ਜੀ ਨੇ ਇਹ ਪਵਿੱਤਰ ਉਪਦੇਸ਼ ਬਖਸ਼ਿਆ। ਗੁਰੂ ਸਾਹਿਬ ਜੀ ਕੀ ਅਗਾਧ ਬੋਧ ਬਾਣੀ ਕੀ ਵਿਚਾਰ ਸਾਂਝੀ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣੀ ਅਸੀਸ ਅੜੀਆਂ, ਜਿਉ ਹੋਵੇ ਸਾਹਿਬ ਸਿਉ ਮੇਲ। ਈਤ ਉਤ ਦਹਨ ਦਿਸ ਅਲੋਕਨ, ਮਨ ਮਿਲਨ ਕੀ ਪ੍ਰਭ ਪਿਆਸ ਜੀਓ। ਬਿਨਵੰਤ ਨਾਨਕ ਧਾਰ ਕਿਰਪਾ, ਮਿਲਹੁ ਪ੍ਰਭ ਗੁਣਤਾਸ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।